फ्रेंड्स ਤਾਂ ਆਪਾਂ ਇਸ ਲੈਕਚਰ ਦੇ ਵਿੱਚ ਜੀਕੇ ਦੇ ਜੋ ਕੁਐਸਚਨਸ ਕਰ ਰਹੇ ਸੀ ਉਸ ਸੀਰੀਜ਼ ਨੂੰ ਆਪਾਂ ਕੰਟੀਨਿਊ ਕਰਦੇ ਹਾਂ। ਇਹ ਆਪਣਾ ਜਿਹੜਾ ਜੀਕੇ ਦੇ ਵਿੱਚ 20 ਮੋਸਟ ਇੰਪੋਰਟੈਂਟ ਕੁਐਸਚਨ ਸੀਰੀਜ਼ ਦੇ ਵਿੱਚ ਪਾਰਟ 3 ਹੈ। ਇਸ ਤੋਂ ਪਹਿਲਾਂ 2 ਪਾਰਟਸ ਅਪਲੋਡ ਹੋ ਚੁੱਕੇ ਹੈ। ਤੁਸੀਂ ਅਗਰ ਉਹਨਾਂ ਲੈਕਚਰਸ ਨੂੰ ਨਹੀਂ ਦੇਖਿਆ ਤਾਂ ਤੁਸੀਂ ਦੇਖ ਸਕਦੇ ਹੋ, ਉਹਨਾਂ ਦਾ ਲਿੰਕ ਜਿਹੜਾ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਤੁਹਾਨੂੰ ਮਿਲ ਜਾਏਗਾ। ਠੀਕ ਹੈ ਜੀ, ਤਾਂ ਆਪਾਂ ਸਟਾਰਟ ਕਰਦੇ ਹਾਂ। ਹਰ ਇੱਕ ਕੁਐਸਚਨਸ ਨੂੰ ਕਰਨ ਦੇ ਲਈ ਤੁਹਾਨੂੰ 15 to 20 ਸੈਕਿੰਡ ਦਾ ਟਾਈਮ ਮਿਲੇਗਾ। ਠੀਕ ਹੈ, ਤੁਸੀਂ ਕੀ ਹੈ ਨਾਲ ਮੈਨੂੰ ਉਹਨਾਂ ਦੇ ਆਨਸਰ ਕਰੀ ਜਾਇਓ ਨੀਚੇ ਲਾਈਵ ਚੈਟ ਦੇ ਵਿੱਚ, ਔਰ ਆਪਾਂ ਦੇਖਾਂਗੇ ਲਾਸਟ ਦੇ ਵਿੱਚ ਕਿਹੜੇ ਸਟੂਡੈਂਟ ਦੇ ਜਿਹੜੇ ਕੁਐਸਚਨ ਆ ਉਹ ਸਭ ਤੋਂ ਜ਼ਿਆਦਾ ਠੀਕ ਹੋਏ ਹੈ। ਤਾਂ ਠੀਕ ਹੈ, ਇੱਥੋਂ ਤੁਸੀਂ ਆਪਦੀ ਨੌਲੇਜ ਵੀ ਟੈਸਟ ਕਰ ਸਕਦੇ ਹੋ। ਇਹਨਾਂ ਸੀਰੀਜ਼ ਦੇ ਵਿੱਚ ਡੇਲੀ ਸੀਰੀਜ਼ ਦੇ ਵਿੱਚ ਕੀ ਹੈ, ਤੁਹਾਡੇ ਕੋਲ ਹਰ ਇੱਕ ਸਬਜੈਕਟ ਦੇ ਕੁਐਸਚਨਸ ਹੋਣਗੇ। ਜਿਵੇਂ ਮੈਂ ਲਾਸਟ ਸੀਰੀਜ਼ ਦੇ ਵਿੱਚ ਵੀ ਦੱਸਿਆ ਸੀ, ਇਹਦੇ ਵਿੱਚ ਜੀਓਗ੍ਰਾਫੀ ਵੀ ਇਨਕਲੂਡਿਡ ਹੈ, ਇਹਦੇ ਵਿੱਚ ਇੰਡੀਅਨ ਪੋਲਿਟੀ ਦੇ ਕੁਐਸਚਨਸ ਵੀ ਇਨਕਲੂਡਿਡ ਹੋਣਗੇ। ਇਸੇ ਸੀਰੀਜ਼ ਦੇ ਵਿੱਚ ਹੀ ਤੁਹਾਨੂੰ ਸਾਰੇ ਹੀ ਸਬਜੈਕਟ, ਫੋਰ ਐਗਜ਼ਾਮਪਲ ਸਾਇੰਸ ਦੇ ਤਿੰਨੋਂ ਹੀ ਸਬਜੈਕਟ ਫਿਜ਼ਿਕਸ, ਕੈਮਿਸਟਰੀ ਐਂਡ ਬਾਇਓਲੋਜੀ ਅਪ ਟੂ 10th ਲੈਵਲ। ਤਾਂ ਇਸ ਤੋਂ ਬਿਨਾਂ ਇਕਨੋਮਿਕਸ ਦੇ ਕੁਐਸਚਨਸ ਪਲੱਸ ਕਰੰਟ ਅਫੇਅਰਸ ਦੇ ਨਾਲ ਰਿਲੇਟਿਡ ਵੀ ਜਿਹੜੇ ਕੁਐਸਚਨਸ ਹੋਣਗੇ। ਤਾਂ ਧਿਆਨ ਨਾਲ ਦੇਖਿਓ ਔਰ ਧਿਆਨ ਨਾਲ ਇਹਨਾਂ ਦਾ ਆਨਸਰ ਕਰਨ ਦੀ ਕੋਸ਼ਿਸ਼ ਕਰਿਓ। ਠੀਕ ਹੈ ਜੀ, ਤਾਂ ਆਪਾਂ ਸਟਾਰਟ ਕਰਦੇ ਹਾਂ ਫਸਟ ਕੁਐਸਚਨ ਤੋਂ। ਹਾਂਜੀ, ਫਸਟ ਕੁਐਸਚਨ ਕੀ ਆਪਣੇ ਕੋਲ, ਇਨ ਵਿਚ ਸ਼ਡਿਊਲ ਆਫ ਦਾ ਇੰਡੀਅਨ ਕੌਨਸਟੀਟਿਊਸ਼ਨ ਪਾਵਰਸ ਆਫ ਪੰਚਾਇਤਸ ਆਰ ਸਟੇਟਿਡ। ਮਤਲਬ ਪੰਚਾਇਤਾਂ ਨੂੰ ਜਿਹੜੀ ਪਾਵਰ ਦਿੱਤੀ ਗਈ ਆ ਉਹ ਕਿਹੜੇ ਸ਼ਡਿਊਲ ਦੇ ਵਿੱਚ ਮੈਂਸ਼ਨਡ ਹੈ। ਹਾਂਜੀ, ਤਾਂ ਇਸ ਕੁਐਸਚਨ ਦਾ ਆਨਸਰ ਕਰੋ। ਫਸਟ ਕੁਐਸਚਨ ਹੈ ਆਪਣੇ ਕੋਲ, ਇੰਡੀਅਨ ਕੌਨਸਟੀਟਿਊਸ਼ਨ ਦੇ ਵਿੱਚ ਆਪਾਂ ਜਦੋਂ ਪ੍ਰੋਪਰ ਸਟੱਡੀ ਕਰਦੇ ਹਾਂ ਤਾਂ ਟੋਟਲ 12 ਸ਼ਡਿਊਲਸ ਹੈ ਨਾ। ਟੋਟਲ 12 ਕੀ ਹੈ ਸ਼ਡਿਊਲਸ ਹੈ, ਸੂਚੀਆਂ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਟੋਟਲ 12 ਸੂਚੀਆਂ, ਪੰਜਾਬੀ ਦੇ ਵਿੱਚ ਇਹਨਾਂ ਨੂੰ ਆਪਾਂ ਸੂਚੀਆਂ ਕਹਿੰਦੇ ਹਾਂ। ਤਾਂ ਟੋਟਲ ਜਿਹੜੇ 12 ਜਿਹੜੇ ਸ਼ਡਿਊਲਸ ਹੈ, ਹਰ ਇੱਕ ਸ਼ਡਿਊਲ ਦੇ ਵਿੱਚ ਕੋਈ ਨਾ ਕੋਈ ਪਰਟੀਕੂਲਰ ਇੱਕ ਆਪਣੇ ਕੋਲ ਟੌਪਿਕ ਹੋਏਗਾ। ਮਤਲਬ ਇਹ ਵਾਲਾ ਸ਼ਡਿਊਲ ਕਿਹਦੇ ਨਾਲ ਰਿਲੇਟਿਡ ਹੈ, ਇਹ ਵਾਲਾ ਸ਼ਡਿਊਲ ਕਿਹਦੇ ਨਾਲ ਰਿਲੇਟਿਡ ਹੈ। ਹਰ ਇੱਕ ਸ਼ਡਿਊਲ ਦੇ ਵਿੱਚ ਕੋਈ ਨਾ ਕੋਈ ਚੀਜ਼ ਦੱਸੀ ਹੋਈ ਹੈ। ਤਾਂ ਜਦੋਂ ਆਪਣਾ ਸੰਵਿਧਾਨ ਬਣਾਇਆ ਗਿਆ ਸੀ ਉਦੋਂ ਕਿੰਨੇ ਸ਼ਡਿਊਲ ਸੀ? ਟੋਟਲ 8 ਸ਼ਡਿਊਲ ਸੀ। ਐਟ ਪ੍ਰੈਜ਼ੈਂਟ ਆਪਣੇ ਕੋਲ ਕਿੰਨੇ ਸ਼ਡਿਊਲ ਹੋ ਚੁੱਕੇ ਹੈ? ਟੋਟਲ 12 ਸ਼ਡਿਊਲ ਹੋ ਚੁੱਕੇ ਹੈ। ਮਤਲਬ 1950 to 2021 ਤੱਕ ਅਗਰ ਆਪਾਂ ਗੱਲ ਕਰੀਏ ਤਾਂ ਕਿੰਨੇ ਸ਼ਡਿਊਲ ਹੋ ਚੁੱਕੇ ਹੈ? 12 ਸ਼ਡਿਊਲ ਹੋ ਚੁੱਕੇ ਹੈ। ਤਾਂ ਇਹਦੇ ਵਿੱਚੋਂ ਦੱਸਣਾ ਹੈ ਕਿ ਕਿਹੜਾ ਸ਼ਡਿਊਲ ਜਿਹੜਾ ਪੰਚਾਇਤਾਂ ਨੂੰ ਪਾਵਰ ਪ੍ਰੋਵਾਈਡ ਕਰਦਾ ਹੈ। ਤੁਹਾਨੂੰ ਸ਼ਡਿਊਲ ਨੂੰ ਯਾਦ ਕਰਨ ਦੀ ਟ੍ਰਿਕ ਵੀ ਹੋਏਗੀ। ਹੁਣ ਤੱਕ ਤਾਂ ਤੁਸੀਂ ਆਨਸਰ ਕਰ ਦਿੱਤਾ ਹੋਏਗਾ। ਤਾਂ ਸ਼ਡਿਊਲ ਦੀ ਯਾਦ ਕਰਨ ਦੀ ਟ੍ਰਿਕ ਕੀ ਹੈ? ਟੀਅਰਸ ਆਫ ਓਲਡ ਪੀਐਮ। ਆਪਾਂ ਹੁਣੇ ਡਿਸਕਸ ਵੀ ਕਰਦੇ ਹਾਂ ਇਹਨਾਂ ਦੇ ਬਾਰੇ, ਟੀਅਰਸ ਆਫ ਓਲਡ ਪੀਐਮ। ਤਾਂ ਇਸ ਕੁਐਸਚਨ ਦਾ ਆਨਸਰ, ਹਾਂਜੀ, ਜਿਨ੍ਹਾਂ ਸਟੂਡੈਂਟਸ ਨੇ ਆਨਸਰ ਹਜੇ ਤੱਕ ਨਹੀਂ ਕੀਤਾ ਉਹ ਆਨਸਰ ਕਰੋ ਜਲਦੀ। ਤਾਂ ਆਪਣੇ ਕੋਲ ਇੰਡੀਅਨ ਕੌਨਸਟੀਟਿਊਸ਼ਨ ਦੇ ਵਿੱਚ ਪੰਚਾਇਤਾਂ ਨੂੰ ਪਾਵਰ ਕਿਹੜੇ ਸ਼ਡਿਊਲ ਦੇ ਵਿੱਚ ਦਿੱਤੀ ਗਈ ਹੈ? ਸ਼ਡਿਊਲ ਨੰਬਰ 11th। ਮੈਂ ਤੁਹਾਨੂੰ ਇੱਥੇ ਹਿੰਟ ਵੀ ਦੇ ਦਿੱਤਾ ਸੀ। ਦੇਖੋ ਤੁਸੀਂ ਜਦੋਂ ਲਿਖਦੇ ਹੋ ਟੀਅਰਸ ਆਫ ਓਲਡ ਪੀਐਮ ਤਾਂ ਉਹਦੇ ਵਿੱਚ ਜਿਹੜਾ ਪੀ ਜਿਹੜਾ ਵਰਡ ਹੈ ਇਹ ਬੇਸਿਕਲੀ ਪੰਚਾਇਤੀ ਰਾਜ ਦੇ ਨਾਲ ਹੀ ਰਿਲੇਟਿਡ ਹੈ। ਠੀਕ ਹੈ ਜੀ, ਪੰਚਾਇਤਾਂ ਨੂੰ ਜਿਹੜੀ ਪਾਵਰ ਦਿੱਤੀ ਗਈ ਹੈ। ਤਾਂ ਆਪਣੇ ਕੋਲ ਇੱਥੇ ਕਿੰਨਵਾਂ ਸ਼ਡਿਊਲ ਬਣਿਆ? ਇਹ 11th ਸ਼ਡਿਊਲ ਬਣਿਆ। ਠੀਕ, ਉਸੇ ਤਰ੍ਹਾਂ ਐਮ ਦਾ ਮਤਲਬ ਕੀ ਹੈ? ਮਿਊਨਿਸਪੈਲਿਟੀਜ਼। ਮਤਲਬ ਨੈਕਸਟ ਸ਼ਡਿਊਲ ਕਿਹੜਾ ਹੋਏਗਾ? 12th ਸ਼ਡਿਊਲ ਕਿਹੜਾ ਹੋਏਗਾ? ਮਿਊਨਿਸਪੈਲਿਟੀਜ਼ ਵਾਲਾ ਹੋਏਗਾ। ਇਸ ਤੋਂ ਬਿਨਾਂ ਜਿਹੜੇ ਸ਼ਡਿਊਲ ਲਿਖੇ ਹੋਏ ਆ ਇਹਨਾਂ ਬਾਰੇ ਆਪਾਂ ਡਿਸਕਸ ਕਰਦੇ ਹਾਂ, ਕਾਫੀ ਇੰਪੋਰਟੈਂਟ ਹੈ। ਫੋਰ ਐਗਜ਼ਾਮਪਲ 8th ਸ਼ਡਿਊਲ ਦੀ ਗੱਲ ਕੀਤੀ ਜਾਵੇ ਤਾਂ ਤੁਸੀਂ ਨਾਲ ਆਪਦੇ ਕਾਪੀ ਪੈਨ ਲੈ ਕੇ ਰੱਖਿਓ, ਨਾਲ ਇਹ ਚੀਜ਼ਾਂ ਨੋਟ ਵੀ ਕਰਦੇ ਜਾਇਓ। ਇਸ ਲੈਕਚਰ ਦੀ PDF ਵੀ ਤੁਹਾਨੂੰ ਲਾਸਟ ਦੇ ਵਿੱਚ ਕੀ ਹੈ ਸਾਡੇ ਟੈਲੀਗ੍ਰਾਮ ਚੈਨਲ ਦੇ ਉੱਪਰ ਅਪਲੋਡ ਹੋ ਜਾਏਗੀ। ਤੁਸੀਂ ਉੱਥੋਂ ਜਾ ਕੇ ਇਹਦੀ PDF ਵੀ ਡਾਊਨਲੋਡ ਕਰ ਸਕਦੇ ਹੋ। ਠੀਕ ਹੈ, ਐਜ਼ ਇਟ ਇਜ਼ ਕੁਐਸਚਨ ਐਟ ਦਾ ਲਾਸਟ ਤੁਹਾਡੇ ਕੋਲ ਨੀਅਰ ਅਬਾਊਟ 500 to 600 ਕੁਐਸਚਨਸ ਇਸ ਸੀਰੀਜ਼ ਦੇ ਵਿੱਚ ਹੀ ਮਿਲ ਜਾਣਗੇ। ਜੀਕੇ ਦੇ ਮਿਕਸ ਕੁਐਸਚਨਸ ਹੈ, ਤੁਸੀਂ ਵਧੀਆ ਪ੍ਰੈਕਟਿਸ ਕਰ ਸਕਦੇ ਹੋ ਨਾਲ ਇਹਨਾਂ ਦੀ ਡਿਟੇਲ ਵੀ। ਹਾਂਜੀ, ਤਾਂ ਆਪਣੇ ਕੋਲ 8th ਸ਼ਡਿਊਲ ਦੀ ਆਪਾਂ ਗੱਲ ਕਰਨ ਜਾ ਰਹੇ ਹਾਂ। ਤਾਂ 8th ਸ਼ਡਿਊਲ ਕਿਹਦੇ ਨਾਲ ਰਿਲੇਟਿਡ ਹੈ? ਕੋਈ ਦੱਸ ਸਕਦਾ? ਹਾਂਜੀ, 8th ਸ਼ਡਿਊਲ ਕਿਹਦੇ ਨਾਲ ਰਿਲੇਟਿਡ ਹੋਏਗਾ? एट्थ शेड्यूल किंदे नाल रिलेटेड है? तो 8th शेड्यूल
ਦਾ ਨਾਮ ਕੀ ਹੈ ਆਪਾਂ ਗੱਲ ਕਰੀਏ ऑफिशियल लैंग्वेजेस इंडिया दियां ऑफिशियल लैंग्वेजेस बारे गल की गई है इस शेड्यूल दे विच किन्नियां ऑफिशियल लैंग्वेजेस दा एट प्रेजेंट अपने संविधान दे विच किन्नियां लैंग्वेजेस नूं मानता दित्ती गई है टोटल 22 लैंग्वेजेस जिहड़ियां ऑफिशियल लैंग्वेजेस है ठीक है जदों अपना संविधान बनाया गया सी तां उस टाइम ते किन्ने अपने कोल ऑफिशियल लैंग्वेजेस सीगियां 14 ऑफिशियल लैंग्वेजेस सी इहदा मतलब 8 जिहड़ियां ओह बाद दे विच ऐड कीतियां गईयां ਤਾਂ ਕੁਐਸਚਨ ਆਪਣੇ ਪੰਜਾਬ ਗਵਰਨਮੈਂਟ ਦੇ ਵਿੱਚ ਇੱਥੋਂ ਹੀ ਆ ਜਾਂਦੇ ਆ ਕਿ ਜਿਹੜੀਆਂ 8 ऑफिशियल लैंग्वेजेस ਐਡ ਕੀਤੀਆਂ ਉਹ ਕਿਹੜੀਆਂ ਔਰ ਕਦੋਂ ਐਡ ਕੀਤੀਆਂ ਗਈਆਂ ਤਾਂ ਨਾਲ ਤੁਸੀਂ ਨੋਟ ਕਰਦੇ ਰਹੋ ਆਪਾਂ ਉੱਪਰ ਲਿਖ ਰਹੇ ਹਾਂ ਇੱਥੇ ਹਾਂਜੀ ਤਾਂ ਜਿਹੜੀ 14 ਤੋਂ ਬਾਅਦ 15 ਨੰਬਰ ਤੇ ਅਗਰ ਆਪਾਂ ਗੱਲ ਕਰੀਏ ਮਤਲਬ 15ਵੀਂ ਜਿਹੜੀ ਲੈਂਗੁਏਜ ਐਡ ਕੀਤੀ ਗਈ ਸੀ ਉਹ ਕਿਹੜੀ ਕੀਤੀ ਗਈ ਸੀ ਸਿੰਧੀ ਲੈਂਗੁਏਜ ਐਡ ਕੀਤੀ ਗਈ ਸੀ ਸਿੰਧੀ कदों ऐड की गई सी नाल अपन इन्हां दे अमेंडमेंट नंबर भी याद रखने और ईयर भी याद रखना है तो सिंधी लैंग्वेज कदों ऐड की गई सी 21 अमेंडमेंट हुई सी 21वीं सोध की गई सी अपने संविधान दे विच 21 अमेंडमेंट हुई सी 21 अमेंडमेंट हुई सी कदों की गई सी ईयर की गल की जाए तो 1967 दे विच सिंधी लैंग्वेज नूं ऐड किया गया सी दैन उस तो बाद ਜਦੋਂ ਇਹ ਲੈਂਗੁਏਜ ਐਡ ਕੀਤੀ ਗਈ ਉਸ ਤੋਂ ਬਾਅਦ 3 ਹੋਰ ਲੈਂਗੁਏजेस ਨੂੰ ਐਡ ਕੀਤਾ ਗਿਆ ਸੀ 3 ਕਿਹੜੀਆਂ ਲੈਂਗੁਏजेस ਨੂੰ ਐਡ ਕੀਤਾ ਗਿਆ ਸੀ ਬਾਅਦ ਦੇ ਵਿੱਚ ਕੋਂਕਣੀ ਮਣੀਪੁਰੀ ਐਂਡ ਨੇਪਾਲੀ ਕਿਹੜੀਆਂ ਕੋਂਕਣੀ ਮਣੀਪੁਰੀ ਐਂਡ ਨੇਪਾਲੀ ਇਹ ਤਿੰਨੋਂ ਲੈਂਗੁਏजेस ਨੂੰ ਇਕੱਠਾ ਐਡ ਕੀਤਾ ਗਿਆ ਸੀ ਆਪਣੇ ऑफिशियल लैंग्वेजेस दे विच अंडर द पार्ट नंबर अंडर द शेड्यूल नंबर 8 कदों ऐड किया गया सी तां इन्हां दी अमेंडमेंट की गल की जाए तो 71 अमेंडमेंट है काफ़ी इंपोर्टेंट है इहदे बारे क्वेश्चनस काफ़ी बारी अपने पेपर दे विच आ भी चुके हैं पॉलिटी के परस्पैक्टिव तां 71 अमेंडमेंट हुई सी कदों की गई सी हुण गल आंदी अपने कोल तां 71 अमेंडमेंट कदों की गई सी 1992 दे विच 1992 दे विच तां ईयर भी याद रखने आपां दो हो गई अपने को अमेंडमेंट्स दैन उस तो बाद देखो टोटल लैंग्वेजेस की गल की जाए तो किन्नियां हो गई ये 15 सी 15 + 3 18 तो 18 तो बाद 4 लैंग्वेजेस होर ऐड की गई सी तो उन्होंने मिला के किन्नियां हो गई 22 तो 4 जिहड़ियां लैंग्वेजेस ऐड की गई सी ये किहड़ियां बोडो डोगरी नाल नोट करते जाओ तुसीं भी बोडो डोगरी मैथिली एंड संथली बोडो डोगरी मैथिली एंड संथली ये जिहड़ियां 4 लैंग्वेजेस ऐड कीतियां गईयां सी कदों ऐड कीतियां गई सी अमेंडमेंट नंबर की गल की जाए तो 92 अमेंडमेंट हुई सी देखो इत्थों अपने को एक ट्रिक भी बन गई आप फस्ट अमेंडमेंट गल की जाए तो मतलब फस्ट लैंग्वेज किहड़ी अमेंडमेंट दे विच ऐड की गई है 21 उस तो बाद 3 लैंग्वेजेस होर ऐड की गई कदों 71 दोनों को मिला के देखो कि अपने को बन गई 92 अमेंडमेंट बन गई ठीक है जी तो इनू इस तरह याद रखने की ट्रिक है ये 92 अमेंडमेंट कदों हुई सी 2004 दे विच हुण उन्होंने ऐड ना कर दो ईयर्स नू ऐड नहीं करना इत्थे आपां ठीक है तो अपने को किन्ना बन गया 2004 दे विच जिहड़ी ये 4 लैंग्वेजेस भी ऐड की गई सी ये सी अपने को 8th शेड्यूल लैंग्वेजेस वाला हाँ जी उस तो बाद गल की जाए 10th शेड्यूल की गल की जाए 10th शेड्यूल किंदे नाल रिलेटिड है तो 10th शेड्यूल रिलेटिड है डिफेक्शन लॉ सीधा याद रखियो डिफेक्शन लॉ जिन्होंने एंटी डिफेक्शन लॉ भी कह दिंदे आ कदों आया सी 1985 दे विच आया सी ये एंटी डिफेक्शन लॉ 9th शेड्यूल इंपोर्टेंट है जी 9th शेड्यूल कदों ऐड किया गया सी ये पहला तो पॉइंट ये आंदा है फस्ट अमेंडमेंट की गई सी अपने संविधान दे विच फस्ट अमेंडमेंट कदों हुई सी 1951 दे विच फस्ट अमेंडमेंट की गई सी इस फस्ट अमेंडमेंट दे विच 9th शेड्यूल ऐड किया गया सी फस्ट टाइम नवा शेड्यूल बनाया गया सी कोई दस सकता है 9th शेड्यूल किंदे नाल रिलेटिड है 9th शेड्यूल किंदे नाल रिलेटिड है हुणे आपां इहदी ट्रिक भी लिखी सी जिंदे विच तुसीं एल वर्ड तो आए होवोगे मतलब 11th नंबर 9th नंबर ते की होगा एल आ गया तो एल का मतलब की है कुछ क लैंड रिफॉर्म्स किए गए सी इस शेड्यूल के राही जदों ये शेड्यूल ऐड किया गया सी तो कुछ क लैंड रिफॉर्म्स किए गए सी
ਇਹਦੇ ਵਿੱਚ ਇੱਕ ਸਿਸਟਮ ਖਤਮ ਕੀਤਾ ਗਿਆ ਸੀ। ਕਿਹੜਾ ਸਿਸਟਮ ਖਤਮ ਕੀਤਾ ਗਿਆ ਸੀ? ਤਾਂ ਜ਼ਮੀਂਦਾਰੀ ਸਿਸਟਮ ਨੂੰ ਖਤਮ ਕੀਤਾ ਗਿਆ ਸੀ। ਠੀਕ ਹੈ, ਇਹਨੂੰ ਖਤਮ ਕੀਤਾ ਗਿਆ ਸੀ ਜ਼ਮੀਂਦਾਰੀ ਸਿਸਟਮ ਨੂੰ। 9th ਸ਼ਡਿਊਲ ਦੇ ਵਿੱਚ ਲੈਂਡ ਰਿਫਾਰਮਸ ਦੀ ਗੱਲ ਹੋਈ ਹੈ। ਠੀਕ ਹੈ, ਤਾਂ ਆਪਣੇ ਕੋਲ ਚਾਰੇ ਆਪਾਂ ਸ਼ਡਿਊਲ ਡਿਸਕਸ ਕਰ ਲਿਆ। ਆਪਾਂ ਨੈਕਸਟ ਕੁਐਸਚਨ ਤੇ ਚੱਲਦੇ ਹਾਂ। ਫਸਟ ਕੁਐਸਚਨ ਸੀ, ਤੁਹਾਨੂੰ ਅਗਰ ਇਹ ਵੀਡੀਓ ਪਸੰਦ ਆਉਂਦੀ ਹੈ ਤਾਂ ਤੁਸੀਂ ਨੈਕਸਟ ਅੱਗੇ ਆਪਦੇ ਫਰੈਂਡ ਸਰਕਲ ਦੇ ਵਿੱਚ ਜ਼ਰੂਰ ਸ਼ੇਅਰ ਕਰ ਦਿਓ, ਵੀਡੀਓ ਨੂੰ ਲਾਈਕ ਕਰ ਦਿਓ। ਠੀਕ ਹੈ ਜੀ, ਥੈਂਕ ਯੂ। ਅਗਲੇ ਚੱਲਦੇ ਹਾਂ ਆਪਾਂ ਦੂਸਰੇ ਕੁਐਸਚਨ ਤੇ। ਵਿਚ ਵਨ ਆਫ ਦਾ ਫੋਲੋਇੰਗ ਇਜ਼ ਦਾ ਗਾਰਡੀਅਨ ਆਫ ਫੰਡਾਮੈਂਟਲ ਰਾਈਟਸ। ਇਹ ਕੁਐਸਚਨ ਕੀ ਹੈ? ਪੋਲਿਟੀ ਦੇ ਵਿੱਚੋਂ ਹੀ ਆਇਆ ਹੋਇਆ ਆਪਣੇ ਕੋਲ। ਠੀਕ ਹੈ, ਤਾਂ ਆਪਣੇ ਜਿਹੜੇ ਫੰਡਾਮੈਂਟਲ ਰਾਈਟਸ ਦੇ ਜਿਹੜੇ ਗਾਰਡੀਅਨ ਕਿਹਨੂੰ ਕਿਹਾ ਜਾਂਦਾ? ਬਿਲਕੁਲ ਈਜ਼ੀ ਕੁਐਸਚਨ ਹੈ ਜੀ ਇਹ। ਫੰਡਾਮੈਂਟਲ ਰਾਈਟਸ ਦੀ ਗੱਲ ਕੀਤੀ ਜਾਵੇ ਤਾਂ ਪਾਰਟ ਨੰਬਰ ਕਿੰਨਾ ਹੈ ਫੰਡਾਮੈਂਟਲ ਰਾਈਟਸ ਦਾ? ਪਾਰਟ ਨੰਬਰ, ਹਾਂਜੀ ਕੋਈ ਦੱਸ ਸਕਦਾ? ਪਾਰਟ ਨੰਬਰ 3 ਦੇ ਵਿੱਚ ਆਪਣੇ ਫੰਡਾਮੈਂਟਲ ਰਾਈਟਸ ਬਾਰੇ ਗੱਲ ਕੀਤੀ ਗਈ ਹੈ। ਫੰਡਾਮੈਂਟਲ ਰਾਈਟਸ ਜਿਹੜੇ ਅਗਰ ਆਪਾਂ ਹੁਣ ਗੱਲ ਕਰੀਏ ਤਾਂ ਕਿੰਨੇ ਆ ਐਟ ਪ੍ਰੈਜ਼ੈਂਟ? 6 ਫੰਡਾਮੈਂਟਲ ਰਾਈਟਸ ਆਪਣੇ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਮੈਂਸ਼ਨ। ਠੀਕ ਹੈ, ਤਾਂ ਇਹਨਾਂ ਦਾ ਹੁਣ ਇੱਥੇ ਪੁੱਛਿਆ ਕੀ ਹੈ? ਗਾਰਡੀਅਨ, ਮਤਲਬ ਇਹਨਾਂ ਦਾ ਰਖਵਾਲਾ ਕਿਹਨੂੰ ਕਿਹਾ ਜਾਂਦਾ ਹੈ? ਕੀ ਉਹ ਲੈਜਿਸਲੇਚਰ ਨੂੰ ਕਿਹਾ ਜਾਂਦਾ ਹੈ, ਐਗਜ਼ੀਕਿਊਟਿਵ ਨੂੰ ਕਿਹਾ ਜਾਂਦਾ ਹੈ, ਪੋਲੀਟੀਕਲ ਪਾਰਟੀਜ਼ ਨੂੰ ਕਿਹਾ ਜਾਂਦਾ ਹੈ, ਜਾਂ ਜੁਡੀਸ਼ਰੀ ਨੂੰ ਕਿਹਾ ਜਾਂਦਾ ਹੈ? ਜਲਦੀ ਆਨਸਰ ਕਰੋ, ਇਹਦਾ ਈਜ਼ੀ ਕੁਐਸਚਨ ਹੈ। ਆਈ ਹੋਪ ਤੁਹਾਨੂੰ ਇਹ ਆਂਦਾ ਹੋਏਗਾ। ਜੇਕਰ ਇਹ ਕੁਐਸਚਨ ਕਿਸੇ ਦਾ ਗਲਤ ਹੁੰਦਾ ਤਾਂ ਉਹਦੀ ਥੋੜੀ ਜਿਹੀ ਉਹਦੀ ਪੋਲਿਟੀ ਦੇ ਨਾਲ ਅੰਡਰਸਟੈਂਡਿੰਗ ਵੀਕ ਹੈ, ਤਾਂ ਉਹ ਆਪਦਾ ਕੀ ਹੈ ਪੋਲਿਟੀ ਨੂੰ ਇੰਪਰੂਵ ਕਰੇ। ਹਾਂਜੀ, ਇਸ ਕੁਐਸਚਨ ਦਾ ਆਨਸਰ ਜਿਨ੍ਹਾਂ ਨੇ ਜੁਡੀਸ਼ਰੀ ਕੀਤਾ ਉਹ ਠੀਕ ਹੈ। ਠੀਕ, ਨਾਲ ਨਾਲ ਆਪਦੇ ਆਪ ਨੂੰ ਸੈਲਫ ਇਵੈਲੂਏਟ ਵੀ ਕਰਦੇ ਜਾਓ, ਤੁਹਾਨੂੰ ਆਪਦੀ ਪ੍ਰੈਪਰੇਸ਼ਨ ਦਾ ਵੀ ਪਤਾ ਚੱਲ ਜਾਏਗਾ, ਕਿੱਥੇ ਤੁਹਾਡੇ ਵੀਕ ਪੁਆਇੰਟਸ ਹੈਗੇ ਆ ਕਿਹੜੇ ਸਬਜੈਕਟ ਦੇ ਵਿੱਚ, ਤੁਹਾਨੂੰ ਨਾਲ ਨਾਲ ਉਹ ਵੀ ਪਤਾ ਚੱਲ ਜਾਏਗਾ। ਠੀਕ ਹੈ, ਔਰ ਤੁਸੀਂ ਮੈਨੂੰ ਦੱਸ ਵੀ ਸਕਦੇ ਹੋ ਕਿ ਤੁਹਾਡਾ ਇਹ ਵਾਲਾ ਜਿਹੜਾ ਸਬਜੈਕਟ ਵੀਕ ਹੈ ਉਹਦੇ ਉੱਪਰ ਸਪੈਸ਼ਲੀ ਤੁਹਾਨੂੰ ਇਸ ਚੈਨਲ ਦੇ ਉੱਪਰ ਵੀਡੀਓਜ਼ ਵੀ ਮਿਲ ਜਾਣਗੀਆਂ। ਠੀਕ ਹੈ, ਨੈਕਸਟ, ਹਾਂਜੀ ਥਰਡ ਕੁਐਸਚਨ ਤੇ ਚਲੀਏ। ਚਲੋ ਥਰਡ ਕੁਐਸਚਨ ਆਪਣੇ ਕੋਲ, under which one of the following writs an official can be prevented from taking an action which he is officially not entitled? ਇਹਨੂੰ ਧਿਆਨ ਨਾਲ ਪੜੋ। 5 ਆਪਾਂ ਰਿਟ ਕੀਤੀਆਂ ਹੋਈਆਂ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ, ਕਿਹੜੇ ਆਰਟੀਕਲ ਦੇ ਵਿੱਚ ਗੱਲ ਕੀਤੀ ਗਈ ਹੈ ਰਿਟ ਦੀ? ਮੈਨੂੰ ਇਹ ਦੱਸ ਸਕਦੇ ਹੋ? ਆਰਟੀਕਲ ਨੰਬਰ ਕਿੰਨਾ ਹੈ? ਚਲੋ ਇਸ ਕੁਐਸਚਨ ਦਾ ਨਾਲ ਨਾਲ ਆਨਸਰ ਵੀ ਕਰੋ ਤੁਸੀਂ, ਨਾਲ ਮੈਨੂੰ ਇਹ ਵੀ ਦੱਸੋ ਵੀ ਰਿਟ ਕਿੰਨੀਆਂ ਆਪਣੇ ਕਨਸਟੀਟਿਊਸ਼ਨ ਦੇ ਵਿੱਚ? ਤਾਂ ਰਿਟ ਕਿੰਨੀਆਂ, ਕਿੰਨੇ ਤਰ੍ਹਾਂ ਦੀਆਂ ਰਿਟ ਹੈਗੀਆਂ? 5 ਤਰ੍ਹਾਂ ਦੀਆਂ ਰਿਟ ਹੈ, ਜਿਨ੍ਹਾਂ ਵਿੱਚ 4 ਤਾਂ ਨੀਚੇ ਲਿਖੀਆਂ ਹੋਈਆਂ, ਹੈਬੀਅਸ ਕੋਰਪਸ, ਮੈਂਡਾਮਸ, ਕਿਊ ਵਾਰੰਟੋ, ਸਰਸ਼ਿਓਰਰੀ। ਕੀ ਤੁਸੀਂ 5ਵੀਂ ਰਿਟ ਦਾ ਨਾਮ ਦੱਸ ਸਕਦੇ ਹੋ? ਕਿਹੜੀ ਰਿਟ ਰਹਿ ਗਈ ਇੱਥੇ, ਕਿਹੜੀ ਨਹੀਂ ਲਿਖੀ ਹੋਈ ਆਪਸ਼ਨ ਦੇ ਵਿੱਚ? ਚਲੋ ਮੈਂ 5ਵੇਂ ਨੰਬਰ ਤੇ ਉਹ ਵੀ ਪਾ ਦਿੰਦਾ, ਉਹ ਵੀ ਆਪਸ਼ਨ ਦੇ ਵਿੱਚ ਪਾ ਦਿੰਦੇ ਹਾਂ। ਚਲੋ ਹਾਂਜੀ, 5th ਰਿਟ ਕਿਹੜੀ ਹੋਏਗੀ? ਜਲਦੀ ਦੱਸੋ। ਤਾਂ 5th ਰਿਟ ਦਾ ਨਾਮ ਕੀ ਹੈ? ਪ੍ਰੋਹਿਬਿਸ਼ਨ। ਪ੍ਰੋਹਿਬਿਸ਼ਨ। ਠੀਕ ਹੈ, ਤਾਂ ਇਹ ਜਿਹੜੇ ਵਰਡ ਹੈ ਨਾ ਐਕਚੁਅਲੀ ਮੈਂਡਾਮਸ, ਕਿਊ ਵਾਰੰਟੋ, ਸਰਸ਼ਿਓਰਰੀ, ਹੈਬੀਅਸ ਕੋਰਪਸ, ਪ੍ਰੋਹਿਬਿਸ਼ਨ, ਇਹ ਕਿਹੜੀ ਲੈਂਗੁਏਜ ਤੋਂ ਆਪਾਂ ਅਡੋਪਟ ਕੀਤੇ ਹੋਏ ਆ? ਤਾਂ ਇਹ ਲੈਟਿਨ ਦੀ ਲੈਂਗੁਏਜ ਤੋਂ ਆਪਾਂ ਲਏ ਹੋਏ ਆ। ਠੀਕ ਹੈ, ਤਾਂ ਕਰਕੇ ਇਹਨਾਂ ਦੇ ਜਿਹੜੇ ਮੀਨਿੰਗ ਆ ਉਹ ਆਪਾਂ ਨੂੰ ਇੰਗਲਿਸ਼ ਦੇ ਵਿੱਚ ਦੇਖਣੇ ਪੈਂਦੇ ਆ, ਜਿੰਦੇ ਵਿੱਚੋਂ ਇੱਕ ਰਿਟ ਦਾ ਜਿਹੜਾ ਮੀਨਿੰਗ ਹੈ, ਤੁਸੀਂ ਸਾਰੀਆਂ ਰਿਟ ਬੜੀ ਧਿਆਨ ਨਾਲ ਪੜ੍ਹੀਆਂ ਹੋਣੀਆਂ। ਇਸ ਕੁਐਸਚਨ ਦਾ ਆਨਸਰ ਕਰੋ ਮੈਨੂੰ ਕੀ ਬਣਦਾ? ਅੰਡਰ ਵਿਚ ਵਨ ਆਫ ਦਾ ਫੋਲੋਇੰਗ ਰਿਟਸ ਐਨ official ਕੈਨ ਬੀ ਪ੍ਰੀਵੈਂਟਡ ਫਰੋਮ ਟੇਕਿੰਗ ਐਨ ਐਕਸ਼ਨ ਵਿਚ ਹੀ ਇਜ਼ officially not entitled? ਮਤਲਬ ਇਹਦਾ ਮਤਲਬ ਕੀ ਬਣਿਆ? ਪਹਿਲਾਂ ਤਾਂ ਆਪਾਂ ਇਹਨਾਂ ਵਿੱਚੋਂ ਕਿਹੜੀ ਰਿਟ, ਅੰਡਰ ਵਿਚ ਵਨ ਆਫ ਦਾ ਫੋਲੋਇੰਗ ਰਿਟਸ ਮਤਲਬ ਇਹਨਾਂ ਵਿੱਚੋਂ ਕਿਹੜੀ ਰਿਟ ਇਹੋ ਜਿਹੀ ਹੈਗੀ ਹੈ ਜਿੰਦੇ ਵਿੱਚ ਉਹ ਕਿਸੇ ਵੀ ਅਫੀਸ਼ੀਅਲ ਨੂੰ ਪ੍ਰੀਵੈਂਟ ਕਰਦੀ ਹੈ, ਮਤਲਬ ਰੋਕਦੀ ਹੈ, ਫਰੋਮ ਟੇਕਿੰਗ ਐਨ ਐਕਸ਼ਨ, ਕੋਈ ਵੀ ਐਕਸ਼ਨ ਕਰਨ ਤੋਂ ਰੋਕਦੀ ਹੈ, ਵਿਚ ਹੀ ਇਜ਼ ਅਫੀਸ਼ੀਅਲੀ ਨੋਟ ਐਂਟਾਈਟਲ, ਮਤਲਬ ਉਹ ਅਫੀਸ਼ੀਅਲੀ ਉਹਦੇ ਨਾਲ ਉਹ ਜੁੜਿਆ ਨਹੀਂ ਹੋਇਆ, ਉਹ ਵਾਲਾ ਪਰਟੀਕੂਲਰ ਐਕਸ਼ਨ ਉਹਦੇ ਨਾਲ ਜੁੜਿਆ ਨਹੀਂ ਹੋਇਆ ਵੀ ਤੂੰ ਰੁਕ ਜਾ। ਠੀਕ ਹੈ, ਆਪਾਂ ਉਹਨੂੰ ਰੋਕਣਾ ਹੈ ਕਿਸੇ ਅਫੀਸ਼ੀਅਲ ਨੂੰ, ਤਾਂ ਇਹ ਕਿਹੜੀ ਰਿਟ ਆਪਣੇ ਕੋਲ? ਮੈਂਡਾਮਸ, ਕਮਾਂਡ ਕਰਨਾ, ਵੀ ਕਮਾਂਡ। ਇਹਦਾ ਮੀਨਿੰਗ ਕੀ ਹੁੰਦਾ? ਵੀ ਕਮਾਂਡ, ਵੀ ਕਮਾਂਡ। ਠੀਕ ਹੈ, ਤਾਂ ਆਪਣੇ ਕੋਲ ਆਨਸਰ ਇਹਦਾ ਕੀ ਆਇਆ? ਆਪਸ਼ਨ ਨੰਬਰ ਫਸਟ। ਹਾਂਜੀ, ਨੈਕਸਟ 4th ਕੁਐਸਚਨ ਤੇ ਚੱਲਦੇ ਹਾਂ। ਇਹ ਜਿਹੜੇ ਕੁਐਸਚਨ ਹੈ ਇਹ ਮੋਸਟ ਪ੍ਰੋਬੇਬਲੀ ਲਾਸਟ ਪੇਪਰ ਦੇ ਵਿੱਚ ਆਏ ਹੋਏ ਕੁਐਸਚਨਸ ਹੈ। ਠੀਕ ਹੈ, ਅਗਰ ਨਹੀਂ ਕੋਈ ਕੁਐਸਚਨ ਆਇਆ ਹੋਇਆ ਤਾਂ ਉਹ ਉਹਦੇ ਆਉਣ ਦੇ ਚਾਂਸਿਸ ਵੀ ਹੋਣਗੇ।
ਡੈਫੀਨੇਟਲੀ ਤੁਸੀਂ ਆਉਣ ਵਾਲੇ ਪੰਜਾਬ ਗਵਰਨਮੈਂਟ ਦੇ ਜਿੰਨੇ ਵੀ ਪੇਪਰ ਦੇਖੋਗੇ ਉਹਨਾਂ ਵਿੱਚੋਂ ਕੋਈ ਨਾ ਕੋਈ ਕੁਐਸਚਨ ਤੁਹਾਨੂੰ ਇਹਨਾਂ ਸੀਰੀਜ਼ ਦੇ ਵਿੱਚੋਂ ਦੇਖਣ ਨੂੰ ਮਿਲਣਗੇ। ਬਹੁਤ ਸਾਰੇ ਕੁਐਸਚਨ ਇਹਨਾਂ ਸੀਰੀਜ਼ ਦੇ ਵਿੱਚੋਂ ਹੀ ਹੋਣਗੇ। ਹਾਂਜੀ, ਐਜ਼ ਪਰ ਇੰਡੀਅਨ ਕਨਸਟੀਟਿਊਸ਼ਨ ਦ ਰਾਈਟ ਟੂ ਪ੍ਰੋਪਰਟੀ ਇਜ਼ ਅ, ਦੇਖੋ ਇਹ ਵੀ ਫੰਡਾਮੈਂਟਲ ਰਾਈਟਸ ਦੇ ਵਿੱਚੋਂ ਕੁਐਸਚਨ ਆਇਆ ਹੋਇਆ, ਠੀਕ ਹੈ। ਬੇਸਿਕਲੀ ਫੰਡਾਮੈਂਟਲ ਰਾਈਟ ਦੇ ਵਿੱਚੋਂ ਹੀ ਬਣਿਆ ਹੋਇਆ। ਆਪਾਂ ਡਿਸਕਸ ਕਰਦੇ ਹਾਂ, ਜਲਦੀ ਇਹਦਾ ਆਨਸਰ ਕਰੋ। ਤਾਂ ਆਪਣੀ ਇੰਡੀਅਨ ਕਨਸਟੀਟਿਊਸ਼ਨ ਦੇ ਅਕੋਰਡਿੰਗ ਐਜ਼ ਪਰ ਦਾ ਇੰਡੀਅਨ ਕਨਸਟੀਟਿਊਸ਼ਨ ਦ ਰਾਈਟ ਟੂ ਪ੍ਰੋਪਰਟੀ ਇਜ਼ ਅ, ਮਤਲਬ ਪ੍ਰੋਪਰਟੀ ਦੇ ਜਿਹੜੇ ਰਾਈਟ ਨੂੰ ਕਿਹੜੀ ਕੈਟੇਗਰੀ ਦੇ ਵਿੱਚ ਆਪਾਂ ਰੱਖਦੇ ਹਾਂ। ਇੰਡੀਅਨ ਕਨਸਟੀਟਿਊਸ਼ਨ ਆਪਣੇ ਦੇਸ਼ ਦਾ ਸੰਵਿਧਾਨ ਕਿਹੜੀ ਕੈਟੇਗਰੀ ਦੇ ਵਿੱਚ ਰੱਖਦਾ। ਹਾਂਜੀ, ਜਿਨ੍ਹਾਂ ਨੂੰ ਫੰਡਾਮੈਂਟਲ ਰਾਈਟਸ ਵਾਲਾ ਪਾਰਟ ਕਲੀਅਰ ਹੈ ਉਹਨਾਂ ਦਾ ਜਿਹੜਾ ਆਨਸਰ ਹੈ ਉਹ ਕਲੀਅਰ ਹੋਊਗਾ। ਤਾਂ ਇਸ ਕੁਐਸਚਨ ਦਾ ਆਨਸਰ ਕੀ ਆਏਗਾ ਆਪਣੇ ਕੋਲ, ਲੀਗਲ ਰਾਈਟ। ਹੁਣ ਲੀਗਲ ਰਾਈਟ ਕਿਵੇਂ ਬਣਿਆ ਇਹਦੇ ਬਾਰੇ ਆਪਾਂ ਡਿਸਕਸ ਕਰਦੇ ਹਾਂ। ਦੇਖੋ ਜਦੋਂ ਆਪਣਾ ਸੰਵਿਧਾਨ ਬਣਾਇਆ ਗਿਆ ਸੀ ਤਾਂ ਉਸ ਟਾਈਮ ਤੇ ਆਪਣੇ ਫੰਡਾਮੈਂਟਲ ਰਾਈਟਸ ਕਿੰਨੇ ਸੀ, 7 ਫੰਡਾਮੈਂਟਲ ਰਾਈਟ ਸੀ, ਠੀਕ ਹੈ। ਧਿਆਨ ਨਾਲ ਸਮਝੋ ਇਸ ਚੀਜ਼ ਨੂੰ, ਇਹਦੇ ਵਿੱਚ ਕਾਫੀ ਜਿਹੜੀ ਨਵੀਂ ਇਨਫੋਰਮੇਸ਼ਨ ਵੀ ਤੁਹਾਨੂੰ ਦੇਖਣ ਨੂੰ ਮਿਲੇਗੀ। ਤਾਂ 7 ਫੰਡਾਮੈਂਟਲ ਰਾਈਟ ਸੀ, ਬਟ ਐਟ ਪ੍ਰੈਜ਼ੈਂਟ ਕਿੰਨੇ ਫੰਡਾਮੈਂਟਲ ਰਾਈਟਸ ਰਹਿ ਚੁੱਕੇ ਆ, ਹੁਣ 6 ਰਹਿ ਚੁੱਕੀ ਹੈ। ਇਹਦਾ ਮਤਲਬ ਇੱਕ ਫੰਡਾਮੈਂਟਲ ਰਾਈਟ ਨੂੰ ਵਿੱਚੋਂ ਡਿਲੀਟ ਕਰ ਦਿੱਤਾ ਗਿਆ। ਕਿਹੜੇ ਫੰਡਾਮੈਂਟਲ ਰਾਈਟ ਨੂੰ ਡਿਲੀਟ ਕੀਤਾ ਗਿਆ, ਹੁਣੇ ਆਪਾਂ ਉੱਤੇ ਹੀ ਗੱਲ ਕਰ ਰਹੇ ਹਾਂ ਕੁਐਸਚਨ ਦੇ ਵਿੱਚ। ਰਾਈਟ ਟੂ ਪ੍ਰੋਪਰਟੀ ਵਾਲੇ ਨੂੰ ਫੰਡਾਮੈਂਟਲ ਰਾਈਟਸ ਦੇ ਵਿੱਚੋਂ ਕੱਢ ਕੇ ਇੱਥੋਂ ਕਿਤੋਂ ਹੋਰ ਸ਼ਿਫਟ ਕਰ ਦਿੱਤਾ ਗਿਆ। ਤਾਂ ਕਿੱਥੇ ਸ਼ਿਫਟ ਕੀਤਾ ਗਿਆ ਇਹਨੂੰ, ਲੀਗਲ ਰਾਈਟ ਦੇ ਵਿੱਚ ਸ਼ਿਫਟ ਕੀਤਾ ਗਿਆ। ਇਹੀ ਆਪਣਾ ਕੁਐਸਚਨ ਸੀ। ਤਾਂ ਹੁਣ ਇੱਥੇ ਧਿਆਨ ਨਾਲ ਸਮਝੋ, ਜਿਹੜਾ ਫੰਡਾਮੈਂਟਲ ਰਾਈਟ ਵਾਲਾ ਜਿਹੜਾ ਪਾਰਟ ਹੈ ਉਹ ਕਿੰਨਵਾਂ ਪਾਰਟ ਹੈ, ਪਾਰਟ ਨੰਬਰ 3, ਠੀਕ ਹੈ। ਪਾਰਟ ਨੰਬਰ 3 ਦੇ ਵਿੱਚ ਪਹਿਲਾਂ ਮੈਂਸ਼ਨ ਸੀ ਆਪਣੇ ਫੰਡਾਮੈਂਟਲ ਰਾਈਟਸ, ਰਾਈਟ ਟੂ ਪ੍ਰੋਪਰਟੀ ਵੀ ਇਹਦਾ ਪਾਰਟ ਸੀ। ਬਟ ਜਿਹੜਾ ਇਹ ਰਾਈਟ ਟੂ ਪ੍ਰੋਪਰਟੀ ਹੈ ਇਹਨੂੰ ਇੱਥੋਂ ਰਿਮੂਵ ਕਰਕੇ ਉਹ ਕਿੱਧਰ ਲੈ ਗਏ, ਪਾਰਟ ਨੰਬਰ, ਕਿਹੜੇ ਪਾਰਟ ਨੰਬਰ ਦੇ ਵਿੱਚ ਲੈ ਗਏ, ਪਾਰਟ ਨੰਬਰ 12 ਦੇ ਵਿੱਚ ਲੈ ਗਏ, ਪਾਰਟ ਨੰਬਰ 12 ਦੇ ਵਿੱਚ ਲੈ ਗਏ। ਜਦੋਂ ਇਹ ਫੰਡਾਮੈਂਟਲ ਰਾਈਟਸ ਦਾ ਪਾਰਟ ਸੀ, ਜਦੋਂ ਰਾਈਟ ਟੂ ਪ੍ਰੋਪਰਟੀ ਫੰਡਾਮੈਂਟਲ ਰਾਈਟਸ ਦੇ ਵਿੱਚ ਹੀ ਸੀ, ਤਾਂ ਉਦੋਂ ਇਹਦਾ ਆਰਟੀਕਲ ਨੰਬਰ ਕਿੰਨਾ ਸੀ, 31 ਨੰਬਰ ਆਰਟੀਕਲ ਸੀ। ਬਟ ਜਦੋਂ ਇਹਨੂੰ ਫੰਡਾਮੈਂਟਲ ਰਾਈਟਸ ਦੇ ਵਿੱਚੋਂ ਕੱਢ ਕੇ ਲੀਗਲ ਰਾਈਟ ਦੇ ਵਿੱਚ ਸ਼ਿਫਟ ਕੀਤਾ ਗਿਆ ਤਾਂ ਹੁਣ ਇਹਦਾ ਆਰਟੀਕਲ ਨੰਬਰ ਕਿੰਨਾ ਬਣ ਗਿਆ, 300A, ਠੀਕ ਹੈ ਜੀ। ਤਾਂ ਕੁਝ ਕੁ ਤਬਦੀਲੀਆਂ ਕੀਤੀਆਂ ਗਈਆਂ ਸੀ ਆਪਣੇ ਸੰਵਿਧਾਨ ਦੇ ਵਿੱਚ। ਤੁਹਾਡੇ ਲਈ ਕੁਐਸਚਨ ਹੁਣ ਇਹਦੇ ਵਿੱਚੋਂ, ਇਸੇ ਕਨਸੈਪਟ ਦੇ ਵਿੱਚੋਂ, ਜਦ ਆਪਾਂ ਕਿਹੜੀ ਅਮੈਂਡਮੈਂਟ ਦੇ ਵਿੱਚ ਰਾਈਟ ਟੂ ਪ੍ਰੋਪਰਟੀ ਨੂੰ ਫੰਡਾਮੈਂਟਲ ਰਾਈਟਸ ਤੋਂ ਕੱਢ ਕੇ, ਰਾਈਟ ਟੂ ਪ੍ਰੋਪਰਟੀ ਨੂੰ ਫੰਡਾਮੈਂਟਲ ਰਾਈਟਸ ਤੋਂ ਕੱਢ ਕੇ ਲੀਗਲ ਰਾਈਟ ਬਣਾਇਆ, ਤਾਂ ਕਿਹੜੀ ਆਪਣੇ ਕੋਲ ਅਮੈਂਡਮੈਂਟ ਹੋਈ ਸੀ, ਇਹ ਜਲਦੀ ਦੱਸੋ ਇਹਦਾ ਆਨਸਰ। ਅਮੈਂਡਮੈਂਟ ਦੱਸੋ ਤੁਸੀਂ, ਹਾਂਜੀ ਤੁਸੀਂ ਨੀਚੇ ਕਮੈਂਟ ਸੈਕਸ਼ਨ ਦੇ ਵਿੱਚ ਆਨਸਰ ਕਰੋ ਇਹਦਾ। ਆਪਾਂ ਉਨੀ ਦੇਰ ਤੱਕ ਅਗਲੇ ਕੁਐਸਚਨ ਤੇ ਚੱਲਦੇ ਹਾਂ। ਹਾਂਜੀ, ਨੈਕਸਟ ਕੁਐਸਚਨ ਆਪਣੇ ਕੋਲ 5th ਕੁਐਸਚਨ ਆ ਚੁੱਕਿਆ। ਭਿਲਾਈ ਸਟੀਲ ਪਲਾਂਟ ਹੈਜ਼ ਬੀਨ ਐਸਟੈਬਲਿਸ਼ਡ ਵਿਦ ਦਾ ਅਸਿਸਟੈਂਸ ਆਫ, ਆਪਣੇ ਦੇਸ਼ ਦੇ ਵਿੱਚ ਸਟੀਲ ਪਲਾਂਟ ਲਗਾਇਆ ਗਿਆ ਸੀ ਔਰ ਇਹ ਇੰਡੀਆ ਦਾ ਫਸਟ ਸਟੀਲ ਪਲਾਂਟ ਹੈ। ਇੰਡੀਆ ਦਾ ਫਸਟ ਸਟੀਲ ਪਲਾਂਟ ਹੈ, ਫਸਟ ਵੀ ਪਲੱਸ ਬਿਗੇਸਟ ਵੀ। ਇੰਡੀਆ ਦਾ ਫਸਟ ਐਂਡ ਬਿਗੇਸਟ ਸਟੀਲ ਪਲਾਂਟ। ਈਵਨ ਇਸ ਸਟੀਲ ਪਲਾਂਟ ਨੂੰ 11 ਵਾਰੀ ਅਵਾਰਡ ਵੀ ਮਿਲ ਚੁੱਕਿਆ, ਠੀਕ ਹੈ। ਤਾਂ ਚਲੋ, ਭਿਲਾਈ ਜਿਹੜਾ ਸਟੀਲ ਪਲਾਂਟ ਹੈ ਇਹ ਕੁਐਸਚਨ ਕੀ ਆਪਣੇ ਕੋਲ, ਕਿੰਦੀ ਹੈਲਪ ਦੇ ਨਾਲ ਲਗਾਇਆ ਗਿਆ ਸੀ, ਮਤਲਬ ਕਿਹੜੇ ਦੇਸ਼ ਦੀ ਹੈਲਪ ਦੇ ਨਾਲ ਲਗਾਇਆ ਗਿਆ ਸੀ, ਆਪਣੇ ਕੋਲ ਇਹ ਕੁਐਸਚਨ ਹੈ। ਜਲਦੀ ਇਸ ਕੁਐਸਚਨ ਦਾ ਆਨਸਰ ਕਰੋ। ਹਾਂਜੀ, ਐਨੀਵਨ ਜਿਹਨੂੰ ਪਤਾ ਹੋਵੇ, ਬਿਲਕੁਲ ਕਰੈਕਟ ਪਤਾ ਹੋਵੇ, ਤਾਂ ਭਿਲਾਈ ਸਟੀਲ ਪਲਾਂਟ ਹੈ ਕਿੱਥੇ, ਹਾਂਜੀ ਕਿੱਥੇ ਹੈ ਭਿਲਾਈ ਸਟੀਲ ਪਲਾਂਟ। ਤਾਂ ਭਿਲਾਈ ਸਟੀਲ ਪਲਾਂਟ ਇੰਡੀਆ ਦੀ ਛੱਤੀਸਗੜ੍ਹ ਸਟੇਟ ਦੇ ਵਿੱਚ ਹੈ, ਛੱਤੀਸਗੜ੍ਹ ਸਟੇਟ ਦੇ ਵਿੱਚ ਹੈ ਭਿਲਾਈ ਸਟੀਲ ਪਲਾਂਟ, ਠੀਕ ਹੈ। ਇੱਕ ਆਵਲਾ ਪੁਆਇੰਟ ਵੀ ਯਾਦ ਰੱਖਿਓ। ਹੁਣ ਇਹ ਛੱਤੀਸਗੜ੍ਹ ਸਟੇਟ ਦੇ ਵਿੱਚ ਸਟੀਲ ਪਲਾਂਟ ਲਗਾਇਆ ਗਿਆ, ਕਿਹੜੀ ਆਪਣੀ ਮਿਨਿਸਟਰੀ ਦੇ ਅੰਡਰ ਹੈ, ਕਿਹੜੀ ਬੇਸਿਕਲੀ ਕੰਪਨੀ ਦੇ ਅੰਡਰ ਹੈ, ਤਾਂ ਇਹ ਸੇਲ ਦੇ ਅੰਡਰ ਹੈ, ਠੀਕ ਹੈ। ਸਟੀਲ ਅਥਾਰਟੀ ਆਫ ਇੰਡੀਆ ਲਿਮਟਿਡ ਦੇ ਅੰਡਰ ਇਹ ਕੰਮ ਕਰਦਾ ਹੈ। ਕਿਹੜੇ ਦੇਸ਼ ਦੀ ਹੈਲਪ ਦੇ ਨਾਲ ਲਗਾਇਆ ਗਿਆ ਸੀ, ਤਾਂ ਆਈ ਹੋਪ ਤੁਸੀਂ ਆਨਸਰ ਕਰਤਾ। ਤਾਂ ਭਿਲਾਈ ਸਟੀਲ ਪਲਾਂਟ ਕਿਹੜੇ ਦੇਸ਼ ਦੀ ਹੈਲਪ ਦੇ ਨਾਲ ਲਗਾਇਆ ਗਿਆ, ਮੈਂ ਦੱਸ ਦਿੰਦਾ ਤੁਹਾਨੂੰ ਜਿਨ੍ਹਾਂ ਨੂੰ ਨਹੀਂ ਪਤਾ। ਤਾਂ ਇਹ USSR, USSR ਨੂੰ ਆਪਾਂ ਕੀ ਕਹਿੰਦੇ ਆ, ਤਾਂ ਉਹ ਰਸ਼ੀਆ ਦਾ ਹੀ ਨਾਮ ਸੀ। USSR ਰਸ਼ੀਆ ਦੀ ਹੈਲਪ ਦੇ ਨਾਲ ਭਿਲਾਈ ਸਟੀਲ ਪਲਾਂਟ ਲਗਾਇਆ ਗਿਆ ਸੀ,
ठीक। इस तो बिना होर भी कुछ स्टील प्लांट्स है ਜਿਹੜੇ ਆਪਾਂ ਨੂੰ पेपर पॉइंट ऑफ व्यू ਨਾਲ पता होने चाहिए है। तो ਕਿਹੜੇ फॉर एग्जाम्पल नाम शायद तुसी सुने होने हैं, बोकारो स्टील प्लांट। बोकारो स्टील प्लांट कित्थे है? झारखंड दे विच है, ठीक है जी। तो ये झारखंड स्टेट दे विच है। ये बोकारो स्टील प्लांट आपां किंदी हैल्प दे नाल लगाया सी? तो सोवियत यूनीयन की हैल्प दे नाल लगाया सी इंडिया ने। नैक्सट रुड़केला, अगला जिहड़ा स्टील प्लांट है इनका नाम भी तुसी सुनिया होना है, ठीक है। रुड़केला जिहड़ा स्टील प्लांट है ये कित्थे है? यह उड़ीसा दे विच है, उड़ीसा स्टेट दे विच लग्या होया है। ये किंदी हैल्प दे नाल लगाया सी आपां? जर्मनी की हैल्प दे नाल लगाया सी, जर्मनी की हैल्प दे नाल लगाया सी, ठीक। तो एक होर स्टील प्लांट है वो तुसी मैनूं दसोगे, नीचे कमेंट सैक्शन दे विच दसो। दुर्गापुर स्टील प्लांट जिहड़ा वैस्ट बंगाल दे विच है, दुर्गापुर स्टील प्लांट, ये मैं तुहानूं दस दिना कित्थे है, वैस्ट बंगाल दे विच है। तुसी मैनूं आंसर करो, दुर्गापुर स्टील प्लांट किहड़े देश की हैल्प दे नाल लगाया सी इंडिया ने, ठीक। काफ़ी इंपोर्टेंट है ये सारे अपने कोल स्टील प्लांट्स जिहड़े मेजर हैगे सी इंडिया दे आपां कवर कीते है। नैक्सट 6th क्वेश्चन, हाँ जी 6th क्वेश्चन पॉलिटी दे विचों अगेन क्वेश्चन आया अपने कोल। The system of judicial review exist in, the system of judicial review exist in, जिन्होंने judicial review बारे नहीं पता तो तुसी नीचे कमेंट सैक्शन दे विच दस सकते हो। मैं इहदे ते एक अलग तो वीडियो बनाऊँगा, ठीक है। अगर तुहानूं नहीं पता तो उन्हां वीडियो नूं नाल तुसी देख सकते हो। हाँ जी फर्स्ट ऑफ ऑल अपना इत्थे क्वेश्चन की है, सिस्टम ऑफ जुडिशियल रिव्यू एग्जिस्ट इन। जुडिशियल रिव्यू किते किते एग्जिस्ट करता है कि ये कल्ला इंडिया दे विच है, यूके दे विच है, यूएसए दे विच है, जां दोनां दे विच है, इंडिया ते यूएसए। हाँ जी जल्दी आंसर करो, ऑप्शन नंबर 1st 2nd 3rd 4th। नाल तुसी क्वेश्चन का नंबर भी लिखिया करो भी, लाइक अपना क्वेश्चन नंबर 6th है उनके सामने इस तरह लिख के 6th दा जो भी आंसर होया, जो भी तुहानूं लगता है ABCD इस तरह लिखिया करो, ठीक है जी। तो इनका क्वेश्चन का आंसर जिन्ना भी स्टूडेंट्स ने ऑप्शन नंबर 4th दिता इंडिया एंड यूएसए वो ठीक है। तो 6 क्वेश्चन हो चुके अपने कोल, चलते हैं आप 7th क्वेश्चन ते। नैक्सट जियोग्राफी बेस ते क्वेश्चन आ गया जी हम अपने कोल। ईजी क्वेश्चन है ये जिन्होंने जियोग्राफी पढ़ी हुई है। 49th पैरेलल लाइन इज द बाउंड्री लाइन बिटवीन टू कंट्रीज। 49th पैरेलल लाइन केड़ी दो कंट्रीज दे विचकार ये अपने कोल जिहड़ी बाउंड्री लाइन बनी हुई है। तो दो कंट्रीज केड़ियां ये? हाँ जी ऑप्शन नंबर ABCD। कि ये यूएसए कैनेडा दे विचकार है, कि ये नॉर्थ एंड साउथ वियतनाम दे विचकार है, जर्मनी एंड फ्रांस दे विचकार है, जां ब्राजील एंड चिले दे विचकार है। तो 49th पैरेलल लाइन ईजी क्वेश्चन सी, आई थिंक तुहाडा यह आंसर जल्दी आना चाहिए, ठीक है। तो 49th पैरेलल लाइन केड़ियां दो कंट्रीज दे विचकार है, यूएसए एंड कैनेडा। इनू याद रखने की ट्रिक भी हुंदी है जी। तुसी देखो यूएसए की की लिखो U लिखो, कैनेडा की की लिखो C लिखो, तो दोनों के नाल एक लाइन लगा लो इस तरह। तो की बन गया अपने को 49th पैरेलल लाइन बन गया। ध्यान रखियो इत्थे C फॉर कैनेडा है, कुछ होर ना लगा दियो, ठीक है जी। तो बड़े ध्यान नाल अगर आप बाकी कंट्रीज़ की गल करिए तो नॉर्थ एंड साउथ वियतनाम के विचकार केड़ी लाइन है? हाँ जी कोई दस सकता है? नॉर्थ एंड साउथ वियतनाम के विचकार जिहड़ी बाउंड्री लाइन है उनका नाम की है? तो इनका नाम की है बाउंड्री लाइन का? 17th पैरेलल लाइन। 17th पैरेलल लाइन। उस तरह जर्मनी एंड फ्रांस के विचकार जिहड़ी बाउंड्री लाइन है, इस बाउंड्री लाइन का नाम की है? मैगीनोट। मैगीनोट। इनू याद किवें रखना है? देखो मैगी वर्ड आ गया, मैगी सारिਆਂ ਦੇ माइंड ਦੇ ਵਿੱਚ ਚੱਲਣ ਲੱਗ ਪਈ ਹੋਣੀ है। तो मैगी पिछे बंद हुई सी 2-3 साल पहला। क्यों बंद हुई सी? जस्ट याद करने की ट्रिक है, क्योंकि मैगी दे विच की सी? जर्म्स सीगे, है ना। जर्म्स पता है ना, कीटाणु सी। तो करके मैगी बंद हुई सी। बट मैगी की होगी फिर आ गई, हुण ओह जर्म्स तो फ्री हो के आई है, फिर आ गई फ्रांस तो की बन गया फिर, ठीक है। तो इस तरह याद रखने की ट्रिक है जर्मनी एंड फ्रांस। आई होप तुहानूं ये ट्रिक वधिया लगी होगी। इस तो बिना
ਇੰਡੀਆ ਤੇ ਪਾਕਿਸਤਾਨ ਦੇ ਵਿਚਕਾਰ ਜਿਹੜੀ ਬਾਉਂਡਰੀ ਲਾਈਨ ਹੈ ਇਹ ਤੁਹਾਨੂੰ ਪਤਾ ਹੀ ਹੋਣਾ ਜੀ, ਇਹ ਸਾਰਿਆਂ ਨੂੰ ਪਤਾ ਵੀ ਹੋਣਾ ਚਾਹੀਦਾ ਹੈ। ਪੰਜਾਬ ਗੌਰਮੈਂਟ ਬਹੁਤ ਵਾਰੀ ਕੁਐਸਚਨ ਇਹ ਰਿਪੀਟ ਕਰ ਚੁੱਕੀ ਹੈ। ਇੰਡੀਆ ਤੇ ਪਾਕਿਸਤਾਨ ਦੇ ਵਿਚਕਾਰ ਜਿਹੜੀ ਬਾਉਂਡਰੀ ਲਾਈਨ ਹੈ, ਇਸ ਬਾਉਂਡਰੀ ਲਾਈਨ ਦਾ ਨਾਮ ਕੀ ਹੈ? ਪਹਿਲਾਂ ਤਾਂ ਨਾਮ ਪਤਾ ਹੋਣਾ ਚਾਹੀਦਾ ਹੈ। ਤਾਂ ਬਾਉਂਡਰੀ ਲਾਈਨ ਦਾ ਨਾਮ ਕੀ ਹੈ? ਰੈੱਡ ਕਲਿਫ ਲਾਈਨ। ਰੈੱਡ ਕਲਿਫ ਲਾਈਨ। ਇਹ ਕਿਹੜੇ ਪਰਸਨ ਨੇ ਮੈਂਸ਼ਨ ਕੀਤੀ ਸੀ, ਮਤਲਬ ਸੁਜੈਸਟ ਕੀਤੀ ਸੀ ਬਾਉਂਡਰੀ ਲਾਈਨ? ਤਾਂ ਉਸ ਪਰਸਨ ਦਾ ਨਾਮ ਕੀ ਹੈ? ਸਰ ਕਾਇਰਿਲ ਰੈਡਕਲਿਫ। ਠੀਕ ਹੈ ਸਟੂਡੈਂਟਸ, ਸਰ ਕਾਇਰਿਲ ਰੈਡਕਲਿਫ। ਤਾਂ ਕੁਝ ਆਪਣੇ ਕੋਲ ਬਾਉਂਡਰੀ ਲਾਈਨ ਸੀ। ਆਪਾਂ ਹਰ ਇੱਕ ਕੁਐਸਚਨ ਦੇ ਨਾਲ ਐਕਸਟਰਾ ਨੌਲੇਜ ਵੀ ਨਾਲ ਕਰਦੇ ਜਾ ਰਹੇ ਹਾਂ, ਤੁਹਾਡੀ ਨਾਲ ਇਹਦੇ ਨਾਲ ਰਿਵੀਜ਼ਨ ਵੀ ਹੁੰਦੀ ਜਾ ਰਹੀ ਹੈ ਹਰ ਇੱਕ ਸਬਜੈਕਟ ਦੇ ਵਿੱਚੋਂ। ਹਾਂਜੀ, ਨੈਕਸਟ 8th ਕੁਐਸਚਨ। Battle of Panipat was fought in the year 1526 between Babur and dash। ਹਾਂਜੀ, ਪਾਣੀਪਤ ਦੀ ਲੜਾਈ ਹੋਈ ਸੀ 1526 ਦੇ ਵਿੱਚ। ਪਾਣੀਪਤ ਦੀ ਪਹਿਲੀ ਲੜਾਈ ਹੋਈ ਸੀ ਈਵਨ, ਤਾਂ 1526 ਦੇ ਵਿੱਚ ਇਹ ਪਾਣੀਪਤ ਦੀ ਲੜਾਈ ਹੋਈ ਸੀ। ਤਾਂ ਦੱਸਣਾ ਹੈ ਇੱਥੇ, ਈਜ਼ੀ ਹੈ ਕੁਐਸਚਨ ਇਹ। ਤਾਂ ਕਿਹੜੇ ਰਾਜਿਆਂ ਦੇ ਵਿਚਕਾਰ ਹੋਈ ਸੀ? ਬਾਬਰ ਨੇ ਅਟੈਕ ਕੀਤਾ ਸੀ, ਮੁਗਲਾਂ ਦਾ ਅਟੈਕ ਹੋਇਆ ਸੀ। ਕਿਹਦੇ ਉੱਪਰ ਅਟੈਕ ਕੀਤਾ ਗਿਆ ਸੀ? ਇਬਰਾਹਿਮ ਲੋਧੀ ਦੇ ਉੱਪਰ ਅਟੈਕ ਕੀਤਾ ਗਿਆ ਸੀ। ਤਾਂ ਆਨਸਰ ਕੀ ਹੋਇਆ ਇਸ ਕੁਐਸਚਨ ਦਾ? ਇਬਰਾਹਿਮ ਲੋਧੀ। ਠੀਕ ਹੈ, ਇਸ ਤੋਂ ਬਾਅਦ ਇੰਡੀਆ ਦੇ ਵਿੱਚ ਸ਼ਾਸਨ ਜਿਹੜਾ ਆ ਗਿਆ ਸੀ ਉਹ ਮੁਗਲ ਪੀਰੀਅਡ ਸਟਾਰਟ ਹੋ ਚੁੱਕਿਆ ਸੀ। ਤਾਂ ਤੁਸੀਂ ਮੈਨੂੰ ਦੱਸ ਸਕਦੇ ਹੋ ਮੁਗਲ ਪੀਰੀਅਡ ਦੇ ਵਿੱਚ ਜੋ 1526 ਤੋਂ ਬਾਅਦ ਜਿਹੜੀ ਸੀਕੁਐਂਸ ਚੱਲੀ ਸੀ ਇਹਨਾਂ ਦੇ ਰਾਜਿਆਂ ਦੀ, ਤਾਂ ਮੈਨੂੰ ਕੋਈ ਵੀ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਦੱਸ ਦਿਓ। ਤੁਹਾਨੂੰ ਇੱਥੋਂ ਆਪਣੇ ਆਪ ਪਤਾ ਚੱਲ ਜਾਊਗਾ ਵੀ ਤੁਹਾਨੂੰ ਯਾਦ ਹੈ ਕਿ ਨਹੀਂ ਯਾਦ ਉਹ ਸੀਕੁਐਂਸ। ਬਾਬਰ ਸੀ, ਬਾਬਰ ਤੋਂ ਬਾਅਦ ਕੌਣ ਕਿਹੜੇ ਰਾਜੇ ਆਏ ਆ, ਤੁਸੀਂ ਸੀਕੁਐਂਸ ਮੈਨੂੰ ਦੱਸਣੀ ਹੈ। ਹਾਂਜੀ, ਨੈਕਸਟ 9th ਕੁਐਸਚਨ। ਔਰੋਬਿੰਦੋ ਘੋਸ਼ ਵਾਜ਼ ਅਰੈਸਟਡ ਇਨ ਕਨੈਕਸ਼ਨ ਵਿਦ। ਔਰੋਬਿੰਦੋ ਘੋਸ਼ ਦਾ ਨਾਮ ਸੁਣਿਆ ਹੋਏਗਾ ਤੁਸੀਂ, ਜਿਨ੍ਹਾਂ ਨੇ ਇੰਡੀਅਨ ਫਰੀਡਮ ਸਟਰਗਲ ਕੀਤਾ ਹੋਇਆ, ਪੜ੍ਹਿਆ ਹੋਇਆ ਹੈ, ਮਾਡਰਨ ਹਿਸਟਰੀ ਪੜ੍ਹੀ ਹੋਈ ਹੈ। ਤਾਂ ਔਰੋਬਿੰਦੋ ਘੋਸ਼, ਮੈਂ ਥੋੜ੍ਹਾ ਜਿਹਾ ਯਾਦ ਵੀ ਕਰਵਾ ਦੇਣਾ ਔਰੋਬਿੰਦੋ ਘੋਸ਼ ਬਾਰੇ, ਸ਼ਾਇਦ ਤੁਹਾਨੂੰ ਯਾਦ ਆ ਜਾਵੇ ਕੁਝ ਪੁਆਇੰਟਸ। ਔਰੋਬਿੰਦੋ ਘੋਸ਼ ਕੌਣ ਸੀ? ਔਰੋਬਿੰਦੋ ਘੋਸ਼ ਬੇਸਿਕਲੀ ਆਪਣੇ ਪੋਲੀਟੀਕਲ ਲੀਡਰ ਸੀ। ਇਹਨਾਂ ਦਾ ਨਾਮ ਐਕਚੁਅਲੀ ਆਪਾਂ ਉਦੋਂ ਸੁਣਦੇ ਹਾਂ ਮਾਡਰਨ ਹਿਸਟਰੀ ਦੇ ਵਿੱਚ ਜਦੋਂ 1907 ਦੇ ਵਿੱਚ ਕਾਂਗਰਸ ਦੀ ਵੰਡ ਹੋਈ ਸੀ ਸੂਰਤ ਸੈਸ਼ਨ ਦੇ ਵਿੱਚ, ਹੈ ਨਾ। ਤਾਂ ਪਾਰਟੀਸ਼ਨ ਹੋਈ ਸੀ, 2 ਪਾਰਟੀਸ਼ਨ ਬੇਸਿਕਲੀ ਹੋਈ ਸੀ ਇਹਦੀ। ਇੱਕ ਤਾਂ ਸੀਗੇ ਐਕਸਟ੍ਰੀਮਿਸਟ ਫੇਸ। ਜਦੋਂ ਆਪਾਂ ਐਕਸਟ੍ਰੀਮਿਸਟ ਫੇਸ ਦੀ ਗੱਲ ਕਰਦੇ ਹਾਂ, ਮਤਲਬ ਜੋ ਪਰਸਨ ਗਰਮ ਧੜ ਦੇ ਜਿਹੜੇ ਨੇਤਾ ਸੀ, ਤਾਂ ਕਿਹੜੇ ਸੀ ਮੈਨੂੰ ਦੱਸ ਸਕਦੇ ਹੋ? ਐਕਸਟ੍ਰੀਮਿਸਟ ਫੇਸ ਦੇ ਵਿੱਚ ਕਿਹੜੇ ਪਰਸਨ ਸੀ? ਲਾਲ ਬਾਲ ਪਾਲ। ਤਾਂ ਉਹਨਾਂ ਦੇ ਨਾਲ ਇੱਕ ਹੋਰ ਪਰਸਨ ਵੀ ਸੀ, ਔਰੋਬਿੰਦੋ ਘੋਸ਼। ਤਾਂ ਉਦੋਂ ਇਹਨਾਂ ਦਾ ਨਾਮ ਆਪਣੇ ਕੋਲ ਸਾਹਮਣੇ ਆਉਂਦਾ ਹੁੰਦਾ ਹੈ ਔਰੋਬਿੰਦੋ ਘੋਸ਼ ਦਾ ਐਕਚੁਅਲੀ ਮਾਡਰਨ ਹਿਸਟਰੀ ਦੇ ਵਿੱਚ। ਤਾਂ ਔਰੋਬਿੰਦੋ ਘੋਸ਼ ਨੂੰ ਕਿਹੜੇ ਕੇਸ ਦੇ ਵਿੱਚ ਅਰੈਸਟ ਕੀਤਾ ਗਿਆ ਸੀ? ਕਿਹੜੇ ਕੇਸ ਦੇ ਕਨੈਕਸ਼ਨ ਦੇ ਵਿੱਚ ਅਰੈਸਟ ਕੀਤਾ ਗਿਆ ਸੀ? ਹਾਂਜੀ, ਤਾਂ ਔਰੋਬਿੰਦੋ ਘੋਸ਼ ਨੂੰ ਆਨਸਰ ਕਰੋ ਜਲਦੀ। ਕਿਹੜੇ ਕੇਸ ਦੇ ਵਿੱਚ ਅਰੈਸਟ ਕੀਤਾ ਗਿਆ ਸੀ ਔਰੋਬਿੰਦੋ ਘੋਸ਼ ਨੂੰ? ਅਲੀਪੁਰ ਬੰਬ ਕੇਸ ਦੇ ਵਿੱਚ ਅਰੈਸਟ ਕੀਤਾ ਗਿਆ ਸੀ। ਠੀਕ, ਅਲੀਪੁਰ ਬੰਬ ਕੇਸ ਦੇ ਵਿੱਚ ਅਰੈਸਟ ਕੀਤਾ ਗਿਆ ਸੀ। ਕਦੋਂ ਅਰੈਸਟ ਕੀਤਾ ਗਿਆ ਸੀ ਇਹ ਵੀ ਪਤਾ ਹੋਣਾ ਚਾਹੀਦਾ ਆਪਾਂ ਨੂੰ। 1908 ਦੇ ਵਿੱਚ, 1908, ਮਤਲਬ ਜਦੋਂ ਸੂਰਤ ਸਪਲਿਟ ਤੋਂ 1 ਸਾਲ ਬਾਅਦ 1908 ਦੇ ਵਿੱਚ ਇਹਨਾਂ ਨੂੰ ਅਰੈਸਟ ਕੀਤਾ ਗਿਆ। 1909 ਦੇ ਵਿੱਚ ਇਹਨਾਂ ਨੂੰ ਰਿਹਾ ਵੀ ਹੋ ਗਏ ਸੀ ਇਹ। ਠੀਕ ਹੈ, ਤਾਂ ਇਸ ਤੋਂ ਬਾਅਦ ਇਹਨਾਂ ਨੇ ਇੱਕ ਬੁੱਕ ਲਿਖੀ ਸੀ। ਵੈਸੇ ਕਈ ਬੁੱਕਸ ਲਿਖੀਆਂ ਇਹਨਾਂ ਨੇ, ਤਾਂ ਆਪਾਂ ਇਹਨਾਂ ਦੀ ਬੁੱਕ ਵੀ ਇੱਥੇ ਡਿਸਕਸ ਕਰ ਲੈਂਦੇ ਹਾਂ ਜਿਹੜੀ ਇੰਪੋਰਟੈਂਟ ਹੈ। ਤਾਂ ਔਰੋਬਿੰਦੋ ਘੋਸ਼ ਨੇ ਇੱਕ ਬੁੱਕ ਲਿਖੀ ਸੀ, ਦ ਸੀਕ੍ਰੇਟ ਆਫ ਦਾ ਵੇਦਾਸ। ਇਹ ਪੇਪਰ ਦੇ ਵਿੱਚ ਆਉਣ ਵਾਲੀ ਬੁੱਕ ਹੈਗੀ ਹੈ, ਦ ਸੀਕ੍ਰੇਟ ਆਫ ਵੇਦਾਸ। ਠੀਕ ਹੈ, ਇੱਕ ਤਾਂ ਵਾਲੀ ਬੁੱਕ ਲਿਖੀ ਇਹਨਾਂ ਨੇ, ਪਲੱਸ ਇਹਨਾਂ ਨੇ ਇੱਕ ਪੋਇਮ ਵੀ ਲਿਖੀ ਸੀ, ਬੜੀ ਫੇਮਸ ਪੋਇਮ ਹੈ ਜੀ ਇਹਨਾਂ ਦੀ। ਪੋਇਮ ਦਾ ਨਾਮ ਕੀ ਹੈ ਔਰੋਬਿੰਦੋ ਘੋਸ਼ ਦੀ ਜਿਹੜੀ ਇਹਨਾਂ ਨੇ ਲਿਖੀ ਸੀ? ਆਰਿਆ। ਐਕਚੁਅਲੀ ਇੰਨੀ ਵੱਡੀ ਪੋਇਮ ਹੈ, ਕਿੰਨੀ ਵੱਡੀ ਹੈ ਅੰਦਾਜ਼ਾ ਲਗਾਓ ਕਿੰਨੀ ਵੱਡੀ ਹੋਏਗੀ, ਕਿੰਨੀਆਂ ਲਾਈਨਸ ਹੋਣਗੀਆਂ ਪੋਇਮ ਦੇ ਵਿੱਚ? ਤਾਂ ਇਹਦੇ ਵਿੱਚ 24,000 ਲਾਈਨਸ ਹੈ।
ਇੰਨੀ ਵੱਡੀ ਜਿਹੜੀ ਪੋਇਮ ਲਿਖੀ ਹੈ, ਠੀਕ ਹੈ। ਤਾਂ ਇਹ ਔਰੋਬਿੰਦੋ ਘੋਸ਼ ਸੀ। ਐਕਚੁਅਲੀ ਔਰੋਬਿੰਦੋ ਘੋਸ਼ ਪਰਸਨ ਕਾਫੀ ਨੋਬਲ ਫੈਮਿਲੀ ਦੇ ਵਿੱਚੋਂ ਸੀ। ਇਹਨਾਂ ਨੇ ਇੰਡੀਅਨ ਸਿਵਲ ਸਰਵਿਸਿਜ਼ ਦਾ ਪੇਪਰ ਵੀ ਕਲੀਅਰ ਕੀਤਾ। ਦੈਨ ਇਹਨਾਂ ਬਾਰੇ ਇੱਕ ਹੋਰ ਇੰਪੋਰਟੈਂਟ ਪੁਆਇੰਟ ਦੀ ਗੱਲ ਕਰੀਏ, ਇਹਨਾਂ ਨੇ ਸਟੱਡੀ ਜਿਹੜੀ ਕੀਤੀ ਆ ਉਹ ਇੰਗਲੈਂਡ ਦੇ ਵਿੱਚ ਜਾ ਕੇ ਕੀਤੀ ਸੀ। ਈਵਨ ਇਹ 7 ਸਾਲ ਦੇ ਹੀ ਸੀ ਜਦੋਂ ਇੰਗਲੈਂਡ ਚਲੇ ਗਏ ਸੀ, ਮਤਲਬ ਸਟੱਡੀ ਦੇ ਲਈ ਇਹਨਾਂ ਨੂੰ ਭੇਜ ਦਿੱਤਾ ਗਿਆ ਸੀ ਇੰਗਲੈਂਡ ਦੇ ਵਿੱਚ। ਕਾਫੀ ਨੋਬਲ ਫੈਮਿਲੀ ਦੇ ਵਿੱਚੋਂ ਸੀ। ਹਾਂਜੀ, ਤਾਂ ਨੈਕਸਟ ਚੱਲਦੇ ਆਪਾਂ 10th ਕੁਐਸਚਨ ਦੇ ਵਿੱਚ। ਸਾਇੰਸ ਦੇ ਉੱਪਰ ਕੁਐਸਚਨ ਆ ਚੁੱਕਿਆ ਜੀ ਆਪਣੇ ਕੋਲ। ਹਾਂਜੀ, ਵੈਨ ਦਾ ਬੈਰੋਮੀਟਰ, ਬੈਰੋਮੀਟਰ ਪਤਾ ਨਾ ਕੀ ਹੁੰਦਾ? ਹਾਂਜੀ, ਬੈਰੋਮੀਟਰ ਕੀ ਹੁੰਦਾ? ਪਹਿਲਾਂ ਤਾਂ ਆਪਾਂ ਨੂੰ ਬੈਰੋਮੀਟਰ ਪਤਾ ਹੋਣਾ ਚਾਹੀਦਾ। ਬੈਰੋਮੀਟਰ ਕੀ ਹੈ? ਬੈਰੋਮੀਟਰ ਐਟਮੋਸਫੈਰਿਕ ਪ੍ਰੈਸ਼ਰ ਨੂੰ, ਜਿਹੜਾ ਹਵਾ ਦਾ ਦਬਾਅ ਹੈਗਾ, ਐਟਮੋਸਫੈਰਿਕ ਪ੍ਰੈਸ਼ਰ ਜਿਹੜਾ ਹਵਾ ਆਪਣੇ ਉੱਪਰ ਦਬਾਅ ਪਾ ਰਹੀ ਹੈ, ਉਸ ਦਬਾਅ ਨੂੰ ਮਾਪਣ ਦੇ ਲਈ ਡਿਵਾਈਸ ਜਿਹੜਾ ਯੂਜ਼ ਕੀਤਾ ਜਾਂਦਾ ਉਹ ਬੈਰੋਮੀਟਰ ਹੈ। ਇਹਦੇ ਵਿੱਚ ਕੀ ਹੁੰਦਾ? ਬੈਰੋਮੀਟਰ ਦੇ ਵਿੱਚ ਮਰਕਰੀ ਹੁੰਦੀ ਹੈ ਨਾ, ਪਾਰਾ ਹੁੰਦਾ। ਤਾਂ ਹੁਣ ਇੱਥੇ ਕੁਐਸਚਨ ਕੀ ਹੈ? ਕਹਿੰਦਾ ਵੈਨ ਦਾ ਬੈਰੋਮੀਟਰ ਰੀਡਿੰਗ, ਮਤਲਬ ਜਿਹੜੀ ਉਹ ਮਰਕਰੀ ਦੀ ਰੀਡਿੰਗ ਹੈ ਉੱਪਰ ਥੱਲੇ ਹੁੰਦਾ ਰਹਿੰਦਾ। ਡਿਪਸ ਸਡਨਲੀ, ਮਤਲਬ ਉਹ ਸਡਨਲੀ ਫਾਲ ਹੋ ਜਾਵੇ। ਕਿ ਮੰਨ ਲਓ ਆਪਣੇ ਕੋਲ ਬੈਰੋਮੀਟਰ ਸੀ, ਆਹ ਵਾਲਾ ਬੈਰੋਮੀਟਰ ਹੈ ਸਪੋਜ਼, ਜਸਟ ਮੈਂ ਉਹਨਾਂ ਦੀ ਉੱਪਰਲੀ ਟਿਊਬ ਬਣਾ ਰਿਹਾ। ਤਾਂ ਮੰਨ ਲਓ ਆਪਣੇ ਕੋਲ ਇਹਦੀ ਰੀਡਿੰਗ ਜਿਹੜੀ ਇੱਥੇ ਸ਼ੋਅ ਕਰ ਰਿਹਾ ਉਹ, ਠੀਕ ਹੈ, ਜਿਹੜੀ ਮਰਕਰੀ ਦੀ ਰੀਡਿੰਗ ਉੱਪਰ ਸ਼ੋਅ ਕਰ ਰਿਹਾ, ਇੰਨੀ ਰੀਡਿੰਗ ਹੈ ਇਹ ਸਪੋਜ਼ ਆ ਵਾਲੀ। ਅਗਰ ਉਹ ਰੀਡਿੰਗ ਸਡਨਲੀ ਡਾਊਨ ਹੋ ਜਾਵੇ ਤਾਂ ਇਹਦਾ ਮਤਲਬ ਕੀ ਹੈ? ਇੰਡੀਕੇਸ਼ਨ ਕੀ ਹੈ? ਇਹਦੇ ਦਾ ਮਤਲਬ ਕੀ ਹੋਊਗਾ? ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਊਗਾ? ਕੀ ਉਹ ਹੌਟ ਵੈਦਰ ਹੈ? ਕੀ ਉਹ ਕਾਮ ਵੈਦਰ ਹੈ? ਕੀ ਉਹ ਸਟੋਮ ਹੈ? ਜਾਂ ਉਹ ਡਰਾਈ ਵੈਦਰ ਹੈ? ਮਤਲਬ ਮੀਂਹ ਨਹੀਂ ਪਊਗਾ। ਤਾਂ ਇਹਦਾ ਮਤਲਬ ਕੀ ਹੈ? ਬੈਰੋਮੀਟਰ ਦੀ ਰੀਡਿੰਗ ਡਾਊਨ ਜਾਣ ਦਾ ਮਤਲਬ ਕੀ ਹੁੰਦਾ? ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਆ ਰਿਹਾ? ਤੂਫਾਨ ਆ ਰਿਹਾ, ਸਟੋਮ ਆ ਰਿਹਾ। ਠੀਕ, ਆਈ ਹੋਪ ਤੁਹਾਨੂੰ ਇਹ ਸਮਝ ਲੱਗ ਗਈ ਹੋਣੀ ਹੈ। ਚਲੋ ਨੈਕਸਟ ਅਗਲੇ ਕੁਐਸਚਨ ਤੇ ਚਲਦੇ ਹਾਂ ਆਪਾਂ, 11th ਨੰਬਰ ਕੁਐਸਚਨ ਤੇ। A falling drop of rainwater acquires the spherical shape due to, ਫਿਜ਼ਿਕਸ ਸਾਇੰਸ ਦੇ ਵਿੱਚੋਂ ਕੁਐਸਚਨ ਆ ਚੁੱਕਿਆ ਜੀ। ਈਜ਼ੀ ਕੁਐਸਚਨ ਹੈ, ਧਿਆਨ ਨਾਲ ਕਰਿਓ, ਦਿਮਾਗ ਲਾ ਕੇ, ਦਿਮਾਗ ਕੀ ਬੱਤੀ ਜਲਾ ਕੇ। ਹਾਂਜੀ, ਦੇਖਦੇ ਹਾਂ ਕਿੰਦੀ ਦਿਮਾਗ ਦੀ ਬੱਤੀ ਚੱਲਦੀ ਪਈ ਹੈ। falling drop of rainwater acquires the spherical shape due to, ਮਤਲਬ ਕੀ ਹੈ ਕਿ ਜਦੋਂ ਰੇਨ ਵਾਟਰ ਦੀ ਜਿਹੜੀ ਡਰੋਪ ਹੈ ਉਹ ਨੀਚੇ ਗਿਰਦੀ ਹੈ ਨਾ, ਤਾਂ ਉਹਦੀ ਸ਼ੇਪ ਜਿਹੜੀ ਹੁੰਦੀ ਆ ਉਹ ਸਫੈਰੀਕਲ ਹੋ ਜਾਂਦੀ ਹੈ, ਮਤਲਬ ਨੀਚੋਂ ਆ ਵਾਲੀ ਹੋ ਜਾਂਦੀ ਹੈ ਸਫੈਰੀਕਲ। ਤਾਂ ਉਹਦੀ ਸ਼ੇਪ ਕਾਹਦੇ ਕਰਕੇ ਹੁੰਦੀ ਹੈ? ਬਿਲਕੁਲ ਸਿੱਧਾ ਸਿੱਧਾ ਆਨਸਰ ਹੈ, ਕੋਈ ਇਹਦੇ ਵਿੱਚ ਹੈ ਨਹੀਂ, ਮਤਲਬ 1 ਲਾਈਨਰ ਦੇ ਵਿੱਚ ਹੀ ਅਗਰ ਆਪਾਂ ਯਾਦ ਕਰਨਾ ਹੋਵੇ। ਵੈਸੇ ਫਿਜ਼ਿਕਸ ਦਾ ਪ੍ਰੋਪਰ ਕਨਸੈਪਟ ਹੈ, ਤਾਂ ਜਿਨ੍ਹਾਂ ਨੇ ਸਾਇੰਸ ਚੰਗੀ ਤਰ੍ਹਾਂ ਪੜ੍ਹੀ ਹੋਈ ਆ ਉਹਨਾਂ ਨੂੰ ਪਤਾ ਹੋਊਗਾ ਉਹ ਕਨਸੈਪਟ ਦੇ ਵਿੱਚ ਮੈਂ ਕਿਹਦੀ ਗੱਲ ਕਰ ਰਿਹਾ। ਤਾਂ ਸਫੈਰੀਕਲ ਜਿਹੜੀ ਸ਼ੇਪ ਹੈ ਉਹਦੀ ਕਿਉਂ ਹੁੰਦੀ ਹੈ ਡਰੋਪ ਦੀ? ਹਾਂਜੀ, ਆਨਸਰ ਇਜ਼ A, B, C ਜਾਂ D। ਵਿਸਕੋਸਿਟੀ ਕਰਕੇ, ਸਰਫੇਸ ਟੈਂਸ਼ਨ ਕਰਕੇ, ਐਟਮੋਸਫੈਰਿਕ ਪ੍ਰੈਸ਼ਰ ਕਰਕੇ, ਜਾਂ ਗ੍ਰੈਵੀਟੇਸ਼ਨਲ ਫੋਰਸ ਕਰਕੇ। ਤਾਂ ਇਹਦੀ ਜਿਹੜੀ ਸ਼ੇਪ ਹੈ ਉਹ ਸਰਫੇਸ ਟੈਂਸ਼ਨ ਕਰਕੇ ਹੁੰਦੀ ਹੈ, ਸਰਫੇਸ ਟੈਂਸ਼ਨ। ਹੁਣ ਸਰਫੇਸ ਟੈਂਸ਼ਨ ਕੀ ਹੈ, ਇੱਕ ਪ੍ਰੋਪਰ ਟੌਪਿਕ ਹੈ ਇਹ, ਠੀਕ ਹੈ, ਤਾਂ ਫਿਜ਼ਿਕਸ ਦੇ ਵਿੱਚ ਤੁਸੀਂ ਜਾ ਕੇ ਪੜ੍ਹ ਸਕਦੇ ਹੋ। ਨੈਕਸਟ 12th ਨੰਬਰ ਕੁਐਸਚਨ, ਰੇਡੀਓ ਵੇਵਸ, ਮਾਈਕ੍ਰੋਵੇਵਸ, ਇਨਫਰਾਰੈਡ ਸਪੈਕਟਰਮ, ਅਲਟਰਾਵਾਇਲਟ ਰੇਜ਼, ਐਕਸ ਰੇਜ਼, ਗਾਮਾ ਰੇਜ਼ ਆਰ ਕਲਾਸੀਫਾਈਡ ਐਜ਼, ਮਤਲਬ ਅਗਰ ਇਹਨਾਂ ਨੂੰ ਇਕੱਠਾ ਆਪਾਂ ਲਿਖਣਾ ਹੋਵੇ ਤਾਂ ਇਹ ਕਿਹੜੀਆਂ ਵੇਵਸ ਹੈ? ਬਿਲਕੁਲ ਈਜ਼ੀ ਕੁਐਸਚਨ ਹੈ ਵੈਸੇ ਇਹ, ਜਿਨ੍ਹਾਂ ਨੂੰ ਸਾਇੰਸ ਥੋੜ੍ਹੀ ਬਹੁਤ ਆਉਂਦੀ ਹੈ, ਜਿਨ੍ਹਾਂ ਨੇ ਧਿਆਨ ਨਾਲ ਪੜ੍ਹੀ ਹੋਈ ਹੈ, ਤਾਂ ਇਹ ਵੇਵਸ ਦੀ ਕੈਟੇਗਰੀ ਹੈ। ਇਹਨਾਂ ਦੇ ਵਿੱਚੋਂ ਮੈਂ ਤੁਹਾਨੂੰ ਹੋਰ ਵੀ ਕੁਐਸਚਨ ਦੱਸੂਗਾ ਨਾਲ ਵੀ ਕਿਵੇਂ ਕੁਐਸਚਨ ਅੱਜ ਕੱਲ੍ਹ ਫਰੇਮ ਹੁੰਦੇ ਆ। ਇਹ ਵੀ ਕੁਐਸਚਨ ਵੈਸੇ ਫਰੇਮ ਹੋਣ ਵਾਲਾ, ਤਾਂ ਅੱਗੋਂ ਡੀਪ ਹੋਰ ਕੁਐਸਚਨ ਕਿਹੜੇ ਫਰੇਮ ਹੋਣਗੇ ਉਹ ਵੀ ਆਪਾਂ ਹੁਣੇ ਦੇਖਦੇ ਹਾਂ ਨਾਲ ਹੀ। ਹਾਂਜੀ, ਰੇਡੀਓ ਇਹ ਇਹਨਾਂ ਨੂੰ ਕਲਾਸੀਫਾਈ ਅਗਰ ਕਿੰਨਾ ਹੋਵੇ ਤਾਂ ਕਿਹੜੀ ਕੈਟੇਗਰੀ ਦੇ ਵਿੱਚ ਆਉਣਗੀਆਂ ਇਹ? ਤਾਂ ਇਹ ਹਾਂਜੀ ਆਪਸ਼ਨ ਨੰਬਰ A, B, C, D, ਜਲਦੀ ਆਨਸਰ ਕਰੋ। ਤਾਂ ਇਹ ਕਿਹੜੀ ਕੈਟੇਗਰੀ ਦੇ ਵਿੱਚ ਆਉਣਗੀਆਂ? ਇਲੈਕਟ੍ਰੋਮੈਗਨੈਟਿਕ ਵੇਵਸ। ਠੀਕ ਹੈ, ਕੀ ਹੁੰਦਾ? ਇਲੈਕਟ੍ਰੋਮੈਗਨੈਟਿਕ ਵੇਵਸ ਜਿਹੜੀਆਂ ਹੁੰਦੀਆਂ ਇਹਨਾਂ ਨੂੰ ਆਪਾਂ EM ਵੇਵਸ ਕਹਿ ਦਿੰਦੇ ਹਾਂ। ਤਾਂ ਇਹਦੇ ਵਿੱਚ ਸਾਰੀਆਂ ਵੇਵਸ ਪਾਈਆਂ ਜਾਂਦੀਆਂ, ਰੇਡੀਓ ਵੀ ਹੈ, ਮਾਈਕਰੋ ਵੀ ਹੈ, ਇਨਫਰਾਰੈਡ ਵੀ ਹੈ,
अगर आप इन्हों अरेंज करना हो क्वेश्चन एक्चुअली अगर डीप आना है ना कि मान लो जिवें अपना PPSC डिपार्टमेंट है वो साइंस के क्वेश्चनस नूं काफ़ी वधिया लैवल दे नाल डील करता तो कंसैप्ट वधिया पुछे हुंदे आ तो उनदे विच आने वाले क्वेश्चनस है ये बाकी होर भी पेपरां दे विच आ सकते हैं तो आप देखते हैं तो इलैक्ट्रोमैगनैटिक वेव्स नूं अगर आप अरेंज करना होवे अकॉर्डिंग टू फ्रीकुएंसी मतलब इन्हां दी फ्रीकुएंसी ਦੇ ਅਕੋਰਡਿੰਗ ਇਹਨਾਂ ਨੂੰ ਅਰੇਂਜ ਕਰਨਾ ਹੋਵੇ ਤਾਂ ਸਭ ਤੋਂ ਘੱਟ ਫ੍ਰੀਕੁਐਂਸੀ ਕਿਹੜੀ ਵੇਵ ਦੀ ਹੁੰਦੀ ਹੈ ਇਹਨਾਂ ਦੇ ਵਿੱਚੋਂ ਤਾਂ ਸਭ ਤੋਂ ਘੱਟ ਫ੍ਰੀਕੁਐਂਸੀ ਕਿੰਦੀ ਹੁੰਦੀ ਹੈ ਰੇਡੀਓ ਵੇਵਸ ਦੀ ਹੁੰਦੀ ਹੈ ਮਤਲਬ ਸਭ ਤੋਂ ਪਹਿਲੇ ਨੰਬਰ ਤੇ ਕਿਹੜੀ ਆ ਜਾਊਗੀ ਰੇਡੀਓ ਦੈਨ ਉਸ ਤੋਂ ਬਾਅਦ ਦੂਜੇ ਨੰਬਰ ਤੇ ਫ੍ਰੀਕੁਐਂਸੀ ਰੇਡੀਓ ਤੋਂ ਜ਼ਿਆਦਾ ਕਿੰਦੀ ਹੋਊਗੀ ਮਾਈਕ੍ਰੋਵੇਵਸ ਦੇ ਵਿੱਚ ਜਿਹੜੀ ਫ੍ਰੀਕੁਐਂਸੀ ਜ਼ਿਆਦਾ ਹੋਊਗੀ ਉਸ ਤੋਂ ਬਾਅਦ ਕਿੰਦੀ ਹੋਊਗੀ ਇਨਫਰਾਰੈਡ ਤੋਂ ਬਾਅਦ किंदी होगी विजिबल रेज दी पहलियां तीन तो देखो तुसीं इत्थे लिखियां भी हुई हैं उस तो बाद विजिबल तो बाद नैक्सट किहड़ी होएगी अगर फ्रीकुएंसी के अकॉर्डिंग आपां अरेंज करना है विजिबल तो बाद यूवी रेज तो बाद नैक्सट किहड़ी होगी जिंदी फ्रीकुएंसी इहदे तो भी ज़्यादा है एक्स रेज तो ज़्यादा फ्रीकुएंसी किंदी होएगी गामा रेज की ਜਿਹੜੀ ਆਪਣੇ ਕੋਲ ਆ ਵਾਲੀ ਸੀਕੁਐਂਸ ਦਿੱਤੀ ਹੋਈ ਸੀ ਤਾਂ ਇਹ ਫ੍ਰੀਕੁਐਂਸੀ ਦੇ ਅਕੋਰਡਿੰਗ ਹੈ ਦੇਖੋ ਰੇਡੀਓ ਦੈਨ ਮਾਈਕ੍ਰੋਵੇਵਸ ਦੈਨ ਇਨਫਰਾਰੈਡ ਵੇਵਸ ਇਸ ਤੋਂ ਬਾਅਦ ਇੱਥੇ ਆਪਾਂ ਲਿਖਣੀ ਹੋਵੇ ਵਿੱਚ ਤਾਂ ਕਿਹੜੀ ਲਿਖਾਂਗੇ ਵਿਜ਼ੀਬਲ ਸਪੈਕਟਰਮ ਆ ਜਾਊਗਾ ਦੈਨ ਉਸ ਤੋਂ ਬਾਅਦ ਯੂਵੀ ਰੇਜ਼ ਐਕਸ ਰੇਜ਼ ਐਂਡ ਗਾਮਾ ਰੇਜ਼ ਹੁਣ ਇਸੇ ਸੀਕੁਐਂਸ ਨੂੰ ਅਗਰ ਤੁਸੀਂ ਪੁੱਠਾ ਕਰ ਦੋਗੇ ਮਤਲਬ ਅਗਰ ਮੈਂ ਸਟਾਰਟ ਕਰਾਂ ਗਾਮਾ ਰੇਜ਼ ਤੋਂ ਠੀਕ ਹੈ ਤਾਂ ਇਹ ਵਾਲੀ ਸੀਕੁਐਂਸ ਫਿਰ ਕਿਹੜੀ ਬਣ ਜਾਊਗੀ ਪੁੱਠੀ ਸੀਕੁਐਂਸ ਕਿੰਦੀ ਬਣ ਜਾਊਗੀ ਵੇਵਲੈਂਥ ਦੀ ਬਣ ਜਾਊਗੀ ਮਤਲਬ ਕੀ ਹੋਇਆ ਵੇਵਲੈਂਥ ਸਭ ਤੋਂ ਘੱਟ ਕਿੰਦੀ ਹੋਊਗੀ ਵੇਵਲੈਂਥ ਘੱਟ ਕਿੰਦੀ ਹੋਊਗੀ ਗਾਮਾ ਦੀ ਉਸ ਤੋਂ ਜ਼ਿਆਦਾ ਵੇਵਲੈਂਥ ਕਿੰਦੀ ਹੋਊਗੀ ਐਕਸ ਰੇਜ਼ ਦੀ ਉਸ ਤੋਂ ਜ਼ਿਆਦਾ ਕਿੰਦੀ ਹੋਊਗੀ ਯੂਵੀ ਅਗਰ ਆਪਾਂ ਪੁੱਠਾ ਅਰੇਂਜ ਕਰਾਂਗੇ ਤਾਂ ਇੱਧਰ ਨੂੰ ਕੀ ਹੈ ਵੇਵਲੈਂਥ ਇਨਕਰੀਜ਼ ਹੁੰਦੀ ਪਈ ਹੈ ਅਗਰ ਆਪਾਂ ਸਿੱਧਾ ਅਰੇਂਜ ਕਰਾਂਗੇ ਲੈਫਟ ਟੂ ਰਾਈਟ ਤਾਂ ਵੇਵਲੈਂਥ ਇੱਧਰ ਆਪਣੇ ਕੋਲ ਕੀ ਇਨਕਰੀਜ਼ ਹੁੰਦਾ ਪਿਆ ਫ੍ਰੀਕੁਐਂਸੀ ਇਨਕਰੀਜ਼ ਹੁੰਦੀ ਪਈ ਹੈ ਤਾਂ ਤੁਸੀਂ ਇਹ ਸੀਕੁਐਂਸ ਯਾਦ ਰੱਖਣੀ ਹੈ ਪੇਪਰ ਦੇ ਵਿੱਚ ਸੀਕੁਐਂਸ ਦੇ ਵਿੱਚੋਂ ਕੁਐਸਚਨ ਆਣਗੇ ਸੌਰੀ ਨੈਕਸਟ ਹਾਂਜੀ 13 ਨੰਬਰ ਕੁਐਸਚਨ which one of the following instrument is used to study dispersion of light ਨੂੰ ਸਟੱਡੀ ਕਰਨ ਦੇ ਲਈ ਕਿਹੜਾ ਇੰਸਟਰੂਮੈਂਟ ਯੂਜ਼ ਕੀਤਾ ਜਾਂਦਾ ਹੈ डिस्पर्शन ऑफ लाइट हुंदा की है सब तो पहला तो यही पता होना चाहिए आपको डिस्पर्शन ऑफ लाइट की है जदों आपां वाइट लाइट नूं प्रिज्म दे विचों पास करते हैं तो वो 7 कलर्स दे विच ब्रेक हो जाती है 7 कलर्स दे विच ब्रेक हो जाती है प्रिज्म दे विचों पास करन दे नाल किहड़े कलर्स है वो इस तरह हुंदे आ विब ग्योर ठीक है 7 कलर्स है विब ग्योर दे नाम ते हुण इस चीज़ नूं इस अपने कोल फिनोमेनन ਨੂੰ ਸਟੱਡੀ ਕਰਨ ਦੇ ਲਈ ਇਨਸਟਰੂਮੈਂਟ ਕਿਹੜਾ ਹੁੰਦਾ ਹੈ ਹਾਂਜੀ ਕਿ ਉਹ ਮਾਈਕਰੋਸਕੋਪ ਹੈ ਟੈਲੀਸਕੋਪ ਹੈ ਸਪੈਕਟਰੋਮੀਟਰ ਹੈ ਜਾਂ ਫੋਟੋਮੀਟਰ ਹੈ ਤਾਂ ਕਿਹੜਾ ਇਨਸਟਰੂਮੈਂਟ ਜਿਹੜਾ ਯੂਜ਼ ਕੀਤਾ ਜਾਂਦਾ ਉਹ ਡਿਸਪਰਸ਼ਨ ਆਫ ਲਾਈਟ ਨੂੰ ਸਟੱਡੀ ਕਰਨ ਦੇ ਲਈ ਕਿਹੜਾ ਇੰਸਟਰੂਮੈਂਟ ਯੂਜ਼ ਕੀਤਾ ਜਾਂਦਾ ਹਾਂਜੀ ਇਹਦਾ ਆਨਸਰ ਕਰੋ 13 ਨੰਬਰ ਕੁਐਸਚਨ 13 ਕੁਐਸਚਨ ਤੇ ਆਪਾਂ ਪਹੁੰਚ ਚੁੱਕੇ ਹਾਂ ਨੈਕਸਟ 7 ਕੁਐਸਚਨਸ ਰਹਿ ਗਏ ਤਾਂ ਜਿਹੜੇ ਵੀ ਸਟੂਡੈਂਟਸ ਹੁਣ ਆਨਸਰ ਕਰ ਰਹੇ ਹੈ ਧਿਆਨ ਨਾਲ ਆਨਸਰ ਕਰੋ ਠੀਕ ਹੈ ਇਹ ਸਾਰੀ ਸੀਕੁਐਂਸ ਤੁਹਾਡੇ ਆਉਣ ਵਾਲੇ ਪੇਪਰਾਂ ਦੇ ਲਈ ਬਹੁਤ ਬੈਨੀਫੀਸ਼ੀਅਲ ਰਹੇਗੀ ਇਹਨਾਂ ਦੇ ਵਿੱਚੋਂ ਡਾਇਰੈਕਟਲੀ ਫਾਰਵਰਡ ਤੁਹਾਨੂੰ ਕੁਐਸਚਨਸ ਮਿਲਣਗੇ ਪੇਪਰ ਦੇ ਵਿੱਚ ਸਿੱਧੇ ਜਾ ਕੇ ਤੁਸੀਂ ਟਿੱਕ ਹੀ ਕਰਨੇ ਆ ਤਾਂ ਧਿਆਨ ਨਾਲ ਕਰਿਓ ਔਰ ਹਰ ਰੋਜ਼ ਤੁਸੀਂ 6 ਵਜੇ ਇਸ ਸੀਕੁਐਂਸ ਦੇ ਵਿੱਚ ਪਾਰਟਿਸਿਪੇਟ ਕਰ ਸਕਦੇ ਹੋ ਜੀਕੇ ਦੀ ਜੋ ਆਪਣੇ ਕੋਲ ਚੱਲ ਰਹੀ ਹੈ ਠੀਕ ਹੈ ਕਾਫੀ ਇੰਪੋਰਟੈਂਟ ਕੁਐਸਚਨਸ ਹੈ ਤਾਂ 13 ਨੰਬਰ ਕੁਐਸਚਨ ਦਾ ਆਪਣੇ ਕੋਲ ਆਨਸਰ ਕੀ ਹੈ ਕਿਹੜਾ ਇੰਸਟਰੂਮੈਂਟ ਯੂਜ਼ ਕੀਤਾ ਜਾਂਦਾ ਹੈ ਸਪੈਕਟਰੋਮੀਟਰ ਜਿਹੜਾ ਇੰਸਟਰੂਮੈਂਟ ਯੂਜ਼ ਕੀਤਾ ਜਾਂਦਾ ਹੈ ਨੈਕਸਟ 14 ਨੰਬਰ ਕੁਐਸਚਨ which one of the following is known as body builder ਇਹਨਾਂ ਵਿੱਚੋਂ ਕਿਹਨੂੰ ਬੋਡੀ ਬਿਲਡਰ ਦੇ ਤੌਰ ਤੇ ਜਾਣਿਆ ਜਾਂਦਾ ਈਜ਼ੀ ਕੁਐਸਚਨ ਹੈ ਜੀ ਇਹ ਦੇਖੋਗੇ ਤੁਸੀਂ ਹਾਂਜੀ ਬੋਡੀ ਬਿਲਡਰ एक्चुअली ये मैं तुहानूं हिंट दे दिना जिहड़े परसन आपां बॉडी बिल्डर कित्थे देखदे हां ना जिम दे विच देखदे हां बॉडी बिल्डर
ਤਾਂ ਜਿਮ ਵਾਲਿਆਂ ਨੂੰ ਪਤਾ ਹੋਊਗਾ ਉਹ ਕੀ ਲੈਂਦੇ ਆ ਬੋਡੀ ਬਿਲਡ ਕਰਨ ਦੇ ਲਈ। ਹੁਣ ਆਨਸਰ ਤੁਸੀਂ ਵੀ ਕਰ ਸਕਦੇ ਹੋ, ਬੋਡੀ ਬਿਲਡ ਕਰਨ ਦੇ ਲਈ ਕਿਹੜੀ ਚੀਜ਼ ਆਪਾਂ ਖਾਂਦੇ ਆ, ਕਿਹੜੀ ਚੀਜ਼ ਆਪਣੀ ਬੋਡੀ ਨੂੰ ਚਾਹੀਦੀ ਹੁੰਦੀ ਹੈ ਬੋਡੀ ਬਿਲਡ ਕਰਨ ਲਈ, ਮਸਲਸ ਬਣਾਉਣ ਦੇ ਲਈ। ਹੁਣ ਆਨਸਰ ਕਰ ਦਿਓ, ਹੁਣ ਤੁਹਾਡੇ ਕੋਲ ਹਿੰਟ ਆ ਗਿਆ। ਤਾਂ ਆਪਣੇ ਕੋਲ ਕਿਹੜੀ ਚੀਜ਼ ਜ਼ਰੂਰੀ ਹੁੰਦੀ ਹੈ, ਦੈਟ ਇਜ਼ ਪ੍ਰੋਟੀਨ। ਪ੍ਰੋਟੀਨ ਪਾਊਡਰਸ ਖਾਂਦੇ ਆ ਨਾ, ਹੈ ਨਾ। ਤਾਂ ਨੋਰਮਲੀ ਵੀ ਵੈਸੇ ਪ੍ਰੋਟੀਨ ਲੈਣ ਦਾ ਮਤਲਬ ਕੀ ਹੁੰਦਾ ਕਿ ਆਪਣੇ ਜਿਹੜੇ ਮਸਲਸ ਆ ਉਹ ਬੋਡੀ ਆ ਉਹ ਬਿਲਡ ਹੁੰਦੀ ਹੈ, ਠੀਕ ਹੈ। ਤਾਂ ਗੇਨ ਹੁੰਦਾ, weight ਵੀ ਗੇਨ ਹੋ ਜਾਂਦਾ ਇਹਦੇ ਨਾਲ। ਨੈਕਸਟ ਹਾਂਜੀ 15 ਕੁਐਸਚਨ ਤੇ ਚਲੀਏ। ਇਨ ਹਿਊਮਨ ਬੋਡੀ ਵਿਟਾਮਿਨ ਏ ਇਜ਼ ਸਟੋਰਡ ਇਨ। ਵਿਟਾਮਿਨ ਏ ਜਿਹੜਾ ਸਟੋਰ ਕੀਤਾ ਜਾਂਦਾ ਹੈ ਉਹ ਹਿਊਮਨ ਬੋਡੀ ਦੇ ਵਿੱਚ ਕਿੱਥੇ ਸਟੋਰ ਹੁੰਦਾ ਹੈ? ਤਾਂ ਆਪਣੇ ਕੋਲ ਵਿਟਾਮਿਨਸ ਕਿਹੜੇ ਕਿਹੜੇ ਹੁੰਦੇ ਆ? ਵਿਟਾਮਿਨ ਏ, ਬੀ, ਸੀ, ਡੀ, ਈ ਐਂਡ ਕੇ। ਆਹ ਵਾਲੇ ਆਪਣੇ ਕੋਲ 6 ਵਿਟਾਮਿਨਸ ਹੈ। ਤਾਂ ਆਪਾਂ ਇੱਥੇ ਵਿਟਾਮਿਨ ਏ ਦੀ ਗੱਲ ਕਰ ਰਹੇ ਹਾਂ। ਵਿਟਾਮਿਨ ਏ ਕਿਹਦੇ ਲਈ ਹੁੰਦਾ ਜ਼ਰੂਰੀ? ਆਪਣੀਆਂ ਆਈਜ਼ ਦੇ ਲਈ ਜ਼ਰੂਰੀ ਹੁੰਦਾ ਹੈ। ਅਗਰ ਵਿਟਾਮਿਨ ਏ ਨਾ ਹੋਵੇ, ਕਮੀ ਹੋਵੇ, ਤਾਂ ਕਿਹੜੀ ਡਿਜ਼ੀਜ਼ ਹੁੰਦੀ ਹੈ? ਨਾਈਟ ਬਲਾਈਂਡਨੈਸ, ਜਿਹਨੂੰ ਆਪਾਂ ਕਹਿੰਦੇ ਹਾਂ, ਪੰਜਾਬੀ ਦੇ ਵਿੱਚ ਅੰਧਰਾਤਾ ਕਿਹਾ ਜਾਂਦਾ ਹੈ। ਤਾਂ ਵਿਟਾਮਿਨ ਏ ਆਪਣੀ ਬੋਡੀ ਦੇ ਵਿੱਚ ਸਟੋਰ ਕਿੱਥੇ ਹੁੰਦਾ? ਹੁਣ ਆਪਾਂ ਇਹ ਚੀਜ਼ ਦੱਸਣੀ ਆ। ਹਾਂਜੀ ਆਨਸਰ ਕਰੋ ਕਿ ਇਹ ਕਿਡਨੀ ਦੇ ਵਿੱਚ ਹੈ, ਲੰਗਸ ਦੇ ਵਿੱਚ ਸਟੋਰ ਹੁੰਦਾ ਹੈ, ਸਕਿਨ ਦੇ ਅੰਦਰ ਹੁੰਦਾ ਹੈ, ਜਾਂ ਲੀਵਰ ਦੇ ਵਿੱਚ ਹੁੰਦਾ ਹੈ? ਹਾਂਜੀ ਵਿਟਾਮਿਨ ਏ ਕਿੱਥੇ ਸਟੋਰ ਹੁੰਦਾ ਹੈ? ਤਾਂ ਵਿਟਾਮਿਨ ਏ ਆਪਣੀ ਬੋਡੀ ਦੇ ਕਿਹੜੇ ਔਰਗਨ ਦੇ ਵਿੱਚ, ਕਿਹੜੇ ਗਲੈਂਡ ਦੇ ਵਿੱਚ ਸਟੋਰ ਹੁੰਦਾ? ਤਾਂ ਉਹ ਲੀਵਰ ਦੇ ਵਿੱਚ ਜਾ ਕੇ ਸਟੋਰ ਹੁੰਦਾ, ਠੀਕ। ਨੈਕਸਟ 16 ਕੁਐਸਚਨ, ਅਗੇਨ ਕਾਫੀ ਇੰਪੋਰਟੈਂਟ ਕੁਐਸਚਨ ਪੁੱਛਿਆ ਜਾਣ ਵਾਲਾ ਕੁਐਸਚਨ ਹੈ ਇਹ, ਧਿਆਨ ਨਾਲ ਪੜ੍ਹੋ ਕੀ ਹੈ। ਕਹਿੰਦਾ ਵਿਚ ਵਨ ਆਫ ਦਾ ਫੋਲੋਇੰਗ ਗੈਸਿਸ ਮੇਕਸ ਬ੍ਰੈਡ ਔਰ ਕੇਕ ਰਾਈਜ਼ ਮੇਕਿੰਗ them ਸੌਫਟ ਐਂਡ ਸਪੌਂਜੀ। ਕਿ ਕੋਈ ਵੀ ਕੇਕ ਹੈ ਨਾ, ਉਹ ਸੌਫਟ ਐਂਡ ਸਪੌਂਜੀ, ਮਤਲਬ ਉਹ ਕੀ ਹੁੰਦਾ ਇਸ ਤਰ੍ਹਾਂ ਉੱਪਰ ਵੱਲ ਨੂੰ ਫੁੱਲ ਜਾਂਦਾ ਹੈ। ਤਾਂ ਉਹ ਸੌਫਟ ਤੇ ਸਪੌਂਜੀ ਕਿਸ ਕਰਕੇ ਹੁੰਦਾ? ਕਿਹੜੀ ਗੈਸ ਕਰਕੇ ਹੁੰਦਾ ਐਕਚੁਅਲੀ? ਉਹ ਇਹਦੇ ਵਿੱਚ ਕੋਈ ਗੈਸ ਹੁੰਦੀ ਹੈ ਪਾਰਟੀਕੂਲਰ, ਉਹਦੀ ਹੈਲਪ ਦੇ ਨਾਲ ਇਹਦੇ ਵਿੱਚ ਸਪੌਂਜੀ ਨੇਚਰ ਆ ਜਾਂਦਾ ਇਹਦਾ। ਤਾਂ ਕਿਹੜੀ ਗੈਸ ਹੈ ਉਹ? ਉੱਪਰ ਗੈਸ ਨਿਕਲਦੀ ਹੈ ਐਕਚੁਅਲੀ ਜਦੋਂ ਕੇਕ ਦੀ ਮੈਨੂਫੈਕਚਰਿੰਗ ਹੁੰਦੀ ਹੈ। ਤਾਂ ਪਾਰਟੀਕੂਲਰ ਇੱਕ ਚੀਜ਼ ਵੀ ਯੂਜ਼ ਕੀਤੀ ਜਾਂਦੀ ਹੈ ਜਿਹਦੇ ਵਿੱਚੋਂ ਵਾਲੀ ਗੈਸ ਨਿਕਲਣੀ ਜ਼ਰੂਰੀ ਹੁੰਦੀ ਹੈ। ਤੁਸੀਂ ਪੜ੍ਹਿਆ ਵੀ ਹੋਇਆ ਲੋਅਰ ਕਲਾਸਿਸ ਦੇ ਵਿੱਚ, ਇਹ ਚੀਜ਼ ਪੜ੍ਹੀ ਹੋਈ ਹੈ। ਕਿਹੜੀ ਗੈਸ ਨਿਕਲਦੀ ਹੈ? ਆਨਸਰ ਇਜ਼ ਸੀ, ਆਪਸ਼ਨ ਨੰਬਰ ਸੀ, ਕਾਰਬਨ ਡਾਈਆਕਸਾਈਡ, ਠੀਕ। ਨੈਕਸਟ 17th ਕੁਐਸਚਨ, oxygen which is vital for life is a product of photosynthesis and comes from। photosynthesis ਸਾਰਿਆਂ ਨੇ ਪੜ੍ਹੀ ਹੋਈ ਹੈ ਨਾ, ਪੜ੍ਹੀ ਹੋਈ ਹੈ ਨਾ। photosynthesis ਕੀ ਹੁੰਦਾ? ਕਿ photosynthesis ਪ੍ਰੋਸੈਸ ਹੁੰਦੀ ਹੈ ਜਿਹਦੇ ਵਿੱਚ ਪਲਾਂਟਸ ਕਲੋਰੋਫਿਲ ਨੂੰ ਯੂਜ਼ ਕਰਕੇ, ਆਕਸੀਜਨ ਨੂੰ ਯੂਜ਼ ਕਰਕੇ, ਇਨ ਦਾ ਪ੍ਰੈਜ਼ੈਂਸ ਆਫ ਕਾਰਬਨ ਡਾਈਆਕਸਾਈਡ ਨੂੰ ਯੂਜ਼ ਕਰਕੇ, ਇਨ ਦਾ ਪ੍ਰੈਜ਼ੈਂਸ ਆਫ ਸਨਲਾਈਟ, ਸਨਲਾਈਟ ਦੀ ਹੈਲਪ ਦੇ ਨਾਲ ਆਪਦਾ ਫੂਡ ਬਣਾਉਂਦੇ ਆ। ਇਸ ਪ੍ਰੋਸੈਸ ਨੂੰ ਆਪਾਂ ਕੀ ਕਹਿੰਦੇ ਹਾਂ? ਫੋਟੋਸਿੰਥਸਿਸ ਪ੍ਰੋਸੈਸ ਹੈ। ਕੀ ਕਰਦੇ ਆ ਪਲਾਂਟਸ? ਕਲੋਰੋਫਿਲ ਹੁੰਦੀ ਆ ਉਹਨਾਂ ਕੋਲ, ਕਾਰਬਨ ਡਾਈਆਕਸਾਈਡ ਬਾਹਰੋਂ ਲੈ ਲੈਂਦੇ ਆ ਹਵਾ ਚੋਂ, ਸਨਲਾਈਟ ਆ ਰਹੀ ਹੈ ਤਾਂ ਉਹਦੇ ਨਾਲ ਇਹਨਾਂ ਦਾ ਫੂਡ ਬਣ ਜਾਂਦਾ ਹੈ। ਉਹਨੂੰ ਫੂਡ ਜਿਹੜਾ ਬਣਦਾ ਫੂਡ ਦੇ ਨਾਲ ਆਕਸੀਜਨ ਗੈਸ ਵੀ ਰਿਲੀਜ਼ ਹੁੰਦੀ ਹੈ ਬਾਹਰ, ਜਿਹੜੀ ਆਕਸੀਜਨ ਗੈਸ ਰਿਲੀਜ਼ ਹੋ ਗਈ। ਤਾਂ ਹੁਣ ਕੁਐਸਚਨ ਇਹ ਆਉਂਦਾ ਆਪਣੇ ਕੋਲ ਕਿ ਜਿਹੜੀ ਆਕਸੀਜਨ ਜਿਹੜੀ ਰਿਲੀਜ਼ ਹੋ ਗਈ ਉਹ ਕਿੱਥੋਂ ਆਈ? ਪਲਾਂਟਸ ਦੇ ਵਿੱਚ ਜਿਹੜੀ ਆਕਸੀਜਨ ਗੈਸ ਰਿਲੀਜ਼ ਹੁੰਦੀ ਪਈ ਹੈ ਉਹ ਕਿਹੜੇ ਪਾਰਟੀਕਲ ਤੋਂ, ਕਿਹੜੇ ਚੀਜ਼ ਤੋਂ ਆਉਂਦੀ ਹੈ? ਕਿ ਉਹ ਕਾਰਬੋਨੇਟਸ, ਮਤਲਬ ਸੋਇਲ ਤੋਂ ਜਿਹੜੇ ਕਾਰਬੋਨੇਟਸ ਮਿਨਰਲਸ ਵਗੈਰਾ ਐਬਜ਼ੋਰਬ ਕਰਦੇ ਆ ਉਹਦੇ ਤੋਂ, ਕਾਰਬਨ ਡਾਈਆਕਸਾਈਡ ਗੈਸ ਤੋਂ, ਵਾਟਰ ਤੋਂ, ਜਾਂ ਆਕਸਾਈਡਸ ਆਫ ਮਿਨਰਲ ਐਲੀਮੈਂਟਸ ਤੋਂ। ਤਾਂ ਇਹ ਕਿੱਥੋਂ ਆਉਂਦੇ ਆ? ਆਪਸ਼ਨ ਨੰਬਰ ਸੀ, ਵਾਟਰ ਤੋਂ। ਜਿਹੜਾ ਪਲਾਂਟ ਰੂਟਸ ਦੇ ਰਾਹੀਂ, ਆਹ ਪਲਾਂਟ ਹੈ ਇਹਦੇ ਵਿੱਚ ਜਿਹੜੀਆਂ ਰੂਟਸ ਹੈਗੀਆਂ, ਇੱਥੋਂ ਜਿਹੜਾ ਇਹਨਾਂ ਨੇ ਵਾਟਰ ਐਬਜ਼ੋਰਬ ਕੀਤਾ ਨੀਚਿਓਂ ਫੂਡ ਬਣਾਉਣ ਦੇ ਲਈ,
ਤਾਂ ਉਹ ਵਾਟਰ ਦੇ ਵਿੱਚੋਂ ਕਿਹੜੀ ਗੈਸ ਨਿਕਲਦੀ ਹੈ? ਆਕਸੀਜਨ। ਵਾਟਰ ਦਾ ਫਾਰਮੂਲਾ ਕੀ ਹੁੰਦਾ ਸਾਰਿਆਂ ਨੂੰ ਪਤਾ ਹੋਏਗਾ, H2O। ਤਾਂ ਇਹਦੇ ਵਿੱਚੋਂ ਆਕਸੀਜਨ ਉਹ ਜਿਹੜੀ ਆ ਉਹ ਅਲੱਗ ਹੋ ਜਾਂਦੀ ਹੈ। ਠੀਕ, 17 ਨੰਬਰ ਕੁਐਸਚਨ ਦਾ ਆਨਸਰ ਆਪਣੇ ਕੋਲ ਕੀ ਆਇਆ? ਸੀ। ਤਾਂ ਜਿਨ੍ਹਾਂ ਸਟੂਡੈਂਟਸ ਨੇ ਇਹਦਾ ਆਨਸਰ ਕੀਤਾ ਵੈਰੀ ਗੁੱਡ, ਕੀਪ ਇਟ ਅਪ। ਅਗਲੇ ਨੈਕਸਟ ਕੁਐਸਚਨ ਤੇ ਚਲਦੇ ਹਾਂ ਆਪਾਂ। ਗੋਬਰ ਗੈਸ ਮੇਨਲੀ ਕੰਟੇਨਸ, ਗੋਬਰ ਗੈਸ ਦੇ ਵਿੱਚ ਸਭ ਤੋਂ ਜ਼ਿਆਦਾ ਕੀ ਹੁੰਦਾ ਹੈ? ਈਜ਼ੀ ਕੁਐਸਚਨ ਹੈ ਜੀ। ਹਾਂਜੀ, ਗੋਬਰ ਗੈਸ ਦੇ ਵਿੱਚ ਸਭ ਤੋਂ ਜ਼ਿਆਦਾ ਕੀ ਪਾਇਆ ਜਾਂਦਾ ਹੈ? ਕਾਰਬਨ ਡਾਈਆਕਸਾਈਡ, ਕਾਰਬਨ ਮੋਨੋਆਕਸਾਈਡ, ਹਾਈਡਰੋਜਨ ਸਲਫਾਈਡ ਜਾਂ ਮੀਥੇਨ ਗੈਸ। ਗੋਬਰ ਗੈਸ ਨੂੰ ਮਾਰਸ਼ ਗੈਸ ਵੀ ਕਿਹਾ ਜਾਂਦਾ ਹੈ, ਪੁਆਇੰਟ ਨੋਟ ਕਰ ਲਓ। ਗੋਬਰ ਗੈਸ ਨੂੰ ਲੋਬਰ ਗੈਸ ਵੀ ਕਿਹਾ ਜਾਂਦਾ ਹੈ। ਠੀਕ ਹੈ, ਤਾਂ ਗੋਬਰ ਗੈਸ ਪਲਾਂਟਸ ਦੇ ਵਿੱਚੋਂ ਕਿਹੜੀ ਜਿਹੜੀ ਗੈਸ ਹੈ ਉਹ ਸਭ ਤੋਂ ਜ਼ਿਆਦਾ ਨਿਕਲਦੀ ਹੈ, ਜਿਹਨੂੰ ਆਪਾਂ ਐਜ਼ ਏ ਫਿਊਲ ਯੂਜ਼ ਕਰਦੇ ਹਾਂ, ਐਜ਼ ਏ ਫਿਊਲ ਯੂਜ਼ ਕੀਤਾ ਜਾਂਦਾ ਹੈ, ਬਾਲਣ ਦੇ ਤੌਰ ਤੇ ਯੂਜ਼ ਕੀਤਾ ਜਾਂਦਾ ਹੈ। ਗੋਬਰ ਗੈਸ ਪਲਾਂਟਸ ਦੇ ਵਿੱਚੋਂ ਸਭ ਤੋਂ ਜ਼ਿਆਦਾ ਕਿਹੜੀ ਗੈਸ ਨਿਕਲਦੀ ਹੈ? ਇਹਦਾ ਫਾਰਮੂਲਾ ਕੀ ਹੈ? ਹਾਂਜੀ, ਮੈਂ ਫਾਰਮੂਲਾ ਦੱਸ ਦਿੰਦਾ, ਤੁਸੀਂ ਹੁਣ ਆਨਸਰ ਕਰ ਦਿਓ ਇਹਦਾ। CH4। ਤਾਂ ਇਹ ਕਿਹੜੀ ਗੈਸ ਹੁੰਦੀ ਹੈ? ਮੀਥੇਨ। ਤਾਂ ਆਨਸਰ ਆਪਣੇ ਕੋਲ ਕੀ ਆਇਆ? ਮੀਥੇਨ ਆਨਸਰ ਆ ਗਿਆ। ਨੈਕਸਟ 19th ਨੰਬਰ ਕੁਐਸਚਨ, ਹੂ ਸਟਾਰਟਿਡ ਦਾ ਸਵਰਾਜ ਮੂਵਮੈਂਟ। ਇੱਥੇ ਧਿਆਨ ਦਿਓ, ਸਵਰਾਜ ਪਾਰਟੀ ਨਹੀਂ ਹੈ, ਇਹ ਸਵਰਾਜ ਮੂਵਮੈਂਟ ਹੈ। ਫਰਕ ਹੈ ਦੋਨਾਂ ਦੇ ਵਿੱਚ, ਸਵਰਾਜ ਪਾਰਟੀ ਐਂਡ ਸਵਰਾਜ ਮੂਵਮੈਂਟ। ਹਾਂਜੀ, ਜਲਦੀ ਆਨਸਰ ਕਰੋ ਇਹਦਾ। ਭਗਤ ਸਿੰਘ ਨੇ ਚਲਾਈ ਸੀ ਸਵਰਾਜ ਮੂਵਮੈਂਟ, ਕਸਤੂਰਬਾ ਨੇ, ਗੋਪਾਲ ਕ੍ਰਿਸ਼ਨ ਗੋਖਲੇ ਜਾਂ ਲੋਕਮਾਨਿਆ ਤਿਲਕ? ਤਾਂ ਕਿੰਨਾਂ ਨੇ ਚਲਾਈ ਸੀ ਸਵਰਾਜ ਮੂਵਮੈਂਟ? ਮੈਂ ਹਿੰਟ ਦੇਵਾਂ? ਹਾਂਜੀ, ਇਹਨਾਂ ਚਾਰਾਂ ਦੇ ਵਿੱਚੋਂ ਕਿੰਨਾਂ ਨੇ ਚਲਾਈ ਸੀ? ਹਿੰਟ ਹੈ ਇਹ ਕਿ ਉਸ ਪਰਸਨ ਨੇ ਨਾ 2 ਅਖਬਾਰਾਂ ਚਲਾਈਆਂ ਸੀ, ਕੇਸਰੀ ਐਂਡ ਮਰਾਠਾ। ਹੁਣ ਪਤਾ ਲੱਗ ਗਿਆ ਹੋਣਾ, ਅਗਰ ਨਹੀਂ ਪਤਾ ਤਾਂ ਕਿਸੇ ਨੂੰ। ਕੇਸਰੀ ਐਂਡ ਮਰਾਠਾ 2 ਨਿਊਜ਼ਪੇਪਰ ਵੀ ਚਲਾਏ ਗਏ ਸੀ। ਇਸੇ ਪਰਸਨ ਨੇ, ਨਾਲ ਹੀ ਇਨਫੋਰਮੇਸ਼ਨ ਹੈ, ਹੁਣ ਆਨਸਰ ਜਦੋਂ ਮੈਂ ਦੱਸੂਗਾ ਨਾਲ ਨੋਟ ਕਰ ਲਿਓ। ਇਸੇ ਪਰਸਨ ਨੇ ਗਣਪਤੀ ਫੈਸਟੀਵਲ ਐਂਡ ਸ਼ਿਵਾਜੀ ਜਯੰਤੀ। ਗਣਪਤੀ ਫੈਸਟੀਵਲ ਕਿੱਥੇ ਫੇਮਸ ਹੈ? ਮਹਾਰਾਸ਼ਟਰ ਵਾਲੀ ਸਾਈਡ ਫੇਮਸ ਹੈ ਨਾ, ਮੁੰਬਈ ਵਾਲੀ ਸਾਈਡ। ਤਾਂ ਉਸੇ ਤਰ੍ਹਾਂ ਸ਼ਿਵਾਜੀ ਜਯੰਤੀ ਵੀ ਇਸੇ ਪਰਸਨ ਨੇ ਚਲਾਈ ਸੀ, ਮਤਲਬ ਸਟਾਰਟ ਕੀਤਾ ਸੀ ਇਹ। ਤਾਂ ਕੌਣ ਹੈ? ਨਾਮ ਕੀ ਹੈ? ਹੁਣ ਨਾਮ ਪਤਾ ਲੱਗ ਗਿਆ ਹੁਣ, ਲੋਕਮਾਨਿਆ ਤਿਲਕ, ਬਾਲ ਗੰਗਾਧਰ ਤਿਲਕ। ਠੀਕ, ਲਾਸਟ ਕੁਐਸਚਨ ਅੱਜ ਦਾ, ਹੂ ਆਫ ਦਾ ਫੋਲੋਇੰਗ ਸਲਤਨਤ ਰੂਲਰਸ ਇੰਟਰੋਡਿਊਸਡ ਜਜੀਆ ਟੈਕਸ ਲਗਾਇਆ ਗਿਆ ਸੀ? ਤਾਂ ਕਿਹੜੇ ਰੂਲਰ ਨੇ ਇਹ ਸਟਾਰਟ ਕੀਤਾ ਸੀ? ਇਸ ਤੋਂ ਬਾਅਦ ਆਪਦੇ ਆਪ ਨੂੰ ਸੈਲਫ ਇਵੈਲੂਏਟ ਕਰਕੇ ਮੈਨੂੰ ਆਪਦੀ ਸਕੋਰ ਦੱਸੋਗੇ ਤੁਸੀਂ ਕਿ ਤੁਹਾਡੇ ਕਿੰਨੇ ਸਕੋਰ ਹੈ। ਠੀਕ, ਹਾਂਜੀ, ਹੂ ਆਫ ਦਾ ਫੋਲੋਇੰਗ ਸਲਤਨਤ ਰੂਲਰਸ ਇੰਟਰੋਡਿਊਸਡ ਜਜੀਆ। ਤਾਂ ਜਜੀਆ ਕਿਹੜੇ ਪਰਸਨ ਨੇ ਲਗਾਇਆ ਸੀ, ਕਿਹੜੇ ਰਾਜੇ ਨੇ ਲਗਾਇਆ ਸੀ? ਜਜੀਆ ਕੀ ਸੀ? ਜਜੀਆ ਇੱਕ ਟੈਕਸ ਸੀ। ਕਿੰਦੇ ਉੱਪਰ ਟੈਕਸ ਸੀ? ਐਕਚੁਅਲੀ ਇਹ ਨੌਨ ਮੁਸਲਿਮ ਟੈਕਸ ਸੀ, ਮਤਲਬ ਬੇਸਿਕਲੀ ਇਹ ਬ੍ਰਾਹਮਣ ਦੇ ਉੱਪਰ ਲਗਾਇਆ ਗਿਆ ਸੀ, ਨੌਨ ਮੁਸਲਿਮ ਟੈਕਸ ਸੀ। ਤਾਂ ਕਰਕੇ ਇਹ ਜਿਹੜਾ ਟੈਕਸ ਹੈ ਇਹ ਕਿੰਨਾਂ ਨੇ ਲਗਾਇਆ ਸੀ, ਕਿਹੜੇ ਰਾਜੇ ਨੇ? ਤਾਂ ਆਨਸਰ ਇਹਦਾ ਕੀ ਹੈ? ਆਪਸ਼ਨ ਨੰਬਰ ਡੀ, ਕੁਤਬਦੀਨ ਐਬਕ। ਤਾਂ ਇਹ ਸੀ ਆਪਣੇ ਅੱਜ ਦੇ 20 ਕੁਐਸਚਨਸ, ਪਾਰਟ 3 ਸੀ ਆਪਣੇ। ਹੁਣ ਤੱਕ 60 ਕੁਐਸਚਨਸ ਕਵਰ ਹੋ ਚੁੱਕੇ ਹੈ। ਜਿੰਨਾ ਵੀ ਸਟੂਡੈਂਟਸ ਨੇ ਅਜੇ ਤੱਕ ਪਾਰਟ 1 ਐਂਡ ਪਾਰਟ 2 ਨਹੀਂ ਦੇਖਿਆ, ਤੁਸੀਂ ਦੇਖ ਲਿਓ, ਡਿਸਕ੍ਰਿਪਸ਼ਨ ਦੇ ਵਿੱਚ ਵੀ ਲਿੰਕ ਹੈ, ਤਾਂ ਨਾਲ ਤੁਸੀਂ ਜਾ ਕੇ ਚੈਨਲ ਦੇ ਉੱਪਰ ਵੀ ਦੇਖ ਸਕਦੇ ਹੋ। ਠੀਕ ਹੈ, ਕਾਫੀ ਇੰਪੋਰਟੈਂਟ ਜਿਹੜੇ ਕੁਐਸਚਨਸ ਇਹ ਪਿਕ ਕੀਤੇ ਜਾਂਦੇ ਆ ਡੇਲੀ, ਤਾਂ ਇਹਨਾਂ ਦੇ ਨਾਲ ਜੁੜੇ ਰਹੋ। ਔਰ ਬਾਕੀਆਂ ਨੂੰ ਵੀ ਤੁਸੀਂ ਸ਼ੇਅਰ ਜ਼ਰੂਰ ਕਰ ਦਿਓ, ਵੀਡੀਓ ਨੂੰ ਲਾਈਕ ਕਰ ਦਿਓ। ਠੀਕ ਹੈ, ਔਰ ਆਪਦੇ ਸਕੋਰ ਨੀਚੇ ਤੁਸੀਂ ਕਮੈਂਟ ਕਰਨੇ, 20 ਦੇ ਵਿੱਚੋਂ ਤੁਹਾਡੇ ਸਕੋਰ ਕਿੰਨੇ ਆ। ਥੈਂਕ ਯੂ ਵੈਰੀ ਮਚ। ਆਪਾਂ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ।